पंजाब च आए दिन कतल दीयां वारदातां वधदियां पईयां ते सूबे की कानून व्यवस्था ते सवाल उठते पे है। पर सिर्फ कानून व्यवस्था का मसला हुंदा तां शायद बहसां ना हुंदियां। इस मसले दे विच भाईचारक सांझ तोड़न की कोशिश की जा रही है। साडा मंच ये अपील करता है कि असीं इहो जिहियां कोई बहसां नहीं करांगे जिंदे नाल पंजाब की भाईचारक सांझ नूं तोड़िया जावे। सानू ना तो यहो जी TRP चाहिए है जिंदे विच पंजाब नूं लांभू लाउण दीयां कोशिशां नूं असीं अगे वधाईए ते उन्हां दे हामी बणीए। साडी कोशिश है कि पंजाब विच भाईचारक सांझ जिहड़ी वो बरकरार रहे। मैं KP सिंह तूता पाणी तुहाडा सब दा स्वागत करदा। जस्ट टीवी देख रहे हो। नवीं घटना नवीं वारदात साडे सामने आई है। कोटपुरा विच जिहड़ा कतल होया ते उस कतल दे पिछे मकसद है की है, उहदियां कड़ियां है की है, कनैक्शन है की, सब कुछ समझने की कोशिश करनी चाहिए है। तो इक्को सवाल वड्डा पुछांगे, किहड़े दौर वाल वधदा पंजाब? पुलिस तो पॉलिटिक्स तक बयानबाजी की हुई है, पहला सुन लीजिए। ਵੱਖ-ਵੱਖ ਜਿਹੜੀਆਂ ਕਮਿਊਨਿਟੀਜ਼ ਨੇ ਸਟੇਟ ਦੇ ਵਿੱਚ ਧਰਮ ਹੈ, ਇਹਨਾਂ ਦੇ ਵਿਚਕਾਰ ਸ਼ਾਂਤੀ ਨੂੰ ਮੇਨਟੇਨ ਰੱਖਿਆ ਜਾਏਗਾ ਔਰ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਨੰਬਰ 1 ਔਰ ਅਗਲੇ ਹਫਤੇ ਹੋਰ ਡਿਟੇਲ ਦੇ ਵਿੱਚ ਇਸ ਇਸ਼ੂ ਨੂੰ ਡਿਸਕਸ ਕਰਨ ਬਾਰੇ ਕਿਹਾ ਹੈ। केवल इतना कहना है कि जद दी पंजाब के अंदर आम आदमी पार्टी की सरकार आई है, पंजाबियों का दी कतलो गारत जी रुक नहीं रही। पंजाब के अंदर कानून का राज नहीं, गैंगस्टर राज चल रहा है। भाईचारक सांझ ते अमन शांति जिहड़ी है वो सूबे दे विच बनाई रखना सब तो वड्डी लोड़ है। पर अफसोस इस गल दा है कि जिहड़ियां बहुत ही गंभीर घटनावां 2015 दे विच होईयां सी, श्री गुरु ग्रंथ साहिब जी दी बेअदबी दा इशू, चोरी होना, ये बहुत ही एक वड्डा गंभीर ते मैं कहना सब तो वड्डा घिनौना पाप सी। शासन प्रशासन लग्या होया तुहानूं जिहड़े लॉ एंड ऑर्डर दी एजेंसियां उही दसणगीਆਂ, लेकिन जिहड़े मैं इत्थे इंश्योर कर रहा कि जिहड़े जख्मी ने उन्हां दा इलाज तो कितने ना कितने इसको बेअदबी मामले नाल जोड़ के देखा जा रहा है, क्योंकि लगातार जिहड़े सिख आगू से इंसाफ की मंग कर रहे थे पर इंसाफ ना मिलने करके कितने ना कितने सरकारां प्रति भी उन्हां दा रोष सीगा। ਇਹਦੇ ਬਾਰੇ ਸਹੀ ਜਿਹੜੀ ਜਾਣਕਾਰੀ ਆਉਣ ਤੇ ਹੀ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਪੰਜਾਬ ਨੂੰ ਕਿਹੜੀ ਪੱਟੀ 'ਚ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਸਵਾਲ ਤੇ ਬਹਿਸ ਜਿਹੜਾ ਪੈਨਲ ਸਾਡੇ ਨਾਲ ਹੈ ਉਹ ਤੁਹਾਡਾ ਤਾਰਫ ਕਰਾਉਂਦੇ ਹਾਂ। ਸ਼ਸ਼ੀਕਾਂਤ ਸਾਬਕਾ DGP ਨੇ ਤੇ ਬੇਅਦਬੀ ਗੋਲੀकांड ਨੂੰ ਇਹਨਾਂ ਨੇ ਬਹੁਤ ਨੇੜਿਓਂ ਦੇਖਿਆ ਤੇ ਉਹ ਜਿਹੜੀ ਜਾਂਚ ਹੋਈ ਹੈ ਉਹਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਰਹੀ ਹੈ। ਇਹ ਜਾਂਚ ਦੇ ਸਾਰੇ ਬਿੰਦੂਆਂ ਨੂੰ ਚੰਗੀ ਤਰ੍ਹਾਂ ਜਾਣਦੇ ਆ। ਸ਼ਸ਼ੀਕਾਂਤ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਬਹੁਤ ਹੀ ਸੀਨੀਅਰ ਆਗੂ ਹੈ। ਜਗਤਾਰ ਸਿੰਘ ਸੰਘੇੜਾ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਹਜੇ ਉਹ ਆਏ ਨਹੀਂ, ਜਦੋਂ ਆ ਜਾਣਗੇ ਸਵਾਗਤ ਵੀ ਕਰ ਦਾਂਗੇ। ਪਰਮਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ। ਪਰਮਬੀਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ, ਖੁਦ ਵਕੀਲ ਵੀ ਨੇ। ਸਭ ਤੋਂ ਪਹਿਲਾ ਸਵਾਲ ਜਗਤਾਰ ਸਿੰਘ ਸੰਘੇੜਾ ਤੁਹਾਨੂੰ ਕਰਨਾ ਚਾਹੂੰਗਾ। ਸੰਘੇੜਾ ਸਾਹਿਬ ਇਹ ਬਹੁਤ ਸੀਰੀਅਸ ਇਸ਼ੂ ਹੈ ਤੇ ਬਹੁਤ ਸੰਜੀਦਗੀ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਹੈ। ਤੁਹਾਡੇ ਤੇ ਵਿਰੋਧੀ ਇਲਜ਼ਾਮ ਇਹ ਲਾ ਰਹੇ ਆ ਸਰਕਾਰ ਫੇਲ ਹੋ ਗਈ ਹੈ। ਸੰਘੇੜਾ ਸਾਹਿਬ, ਸਰਕਾਰ ਨੂੰ ਪਾਸ ਹੋਣ ਲਈ ਕੀ ਕਰਨਾ ਪਊਗਾ? ਸੰਘੇੜਾ ਸਾਹਿਬ देखो KP ਸਿੰਘ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਬਹੁਤ ਹੀ ਸੀਰੀਅਸ ਇਸ਼ੂ ਹੈ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਜੋ ਵਿਰੋਧੀ ਧਿਰ ਕਹਿ ਰਹੀ ਹੈ ਕਿ ਸਰਕਾਰ ਫੇਲ ਹੋ ਗਈ ਆ। ਸਰਕਾਰ ਨੇ ਆਉਂਦਿਆਂ ਹੀ ਜਿਹੜੀਆਂ ਪਿਛਲੇ ਸਮੇਂ 'ਚ, ਮੈਂ ਤਾਂ ਕਿਸੇ ਪਾਰਟੀ ਦਾ ਨਾਮ ਵੀ ਨਹੀਂ ਲੈਂਦਾ, ਪਿਛਲੇ 15-20 ਸਾਲ ਦੇ ਵਿੱਚ ਜਿਹੜੀਆਂ ਕੁਰੀਤੀਆਂ ਸੀਗੀਆਂ ਉਹ ਕਈ ਚੀਜ਼ਾਂ ਨੈਗੇਟਿਵਿਟੀ ਇੰਨੀਆਂ ਗਰੋ ਕਰ ਗਈਆਂ ਕਿ ਮਤਲਬ ਉਹਨਾਂ ਨੂੰ ਕੰਟਰੋਲ ਕਰਨਾ ਜ਼ਰੂਰੀ ਸੀਗਾ, ਜਿਹਦੇ ਵਿੱਚ ਲਾਅ ਐਂਡ ਆਰਡਰ ਤੇ ਆ ਗੈਂਗਸਟਰਵਾਦ ਵੀ ਆਉਂਦਾ ਆ। ਉਹਨੂੰ ਆਉਂਦਿਆਂ ਹੀ ਹਰ ਇੱਕ ਚੀਜ਼ ਨੂੰ ਆਉਂਦੇ ਹੀ ਅਸੀਂ ਸ਼ੁਰੂ ਕਰਤਾ ਹੈ, ਭਾਵੇਂ ਉਹ ਨਸ਼ੇ ਦਾ ਮੁੱਦਾ ਸੀਗਾ ਭਾਵੇਂ ਹੋਰ ਸੀਗਾ, ਔਰ ਉਹਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ। ਜਿਹੜੀ ਅੱਜ ਤਾਜ਼ੀ ਘਟਨਾ ਹੋਈ ਆ, ਮੈਂ ਸਮਝਦਾ ਆ ਬੜੀ ਦਰਦਨਾਕ ਘਟਨਾ ਆ। ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਆ, ਉਦੋਂ ਵੀ ਕਤਲ ਹੋਇਆ, ਬਟ ਉਹਦਾ ਤੇ ਇਹਦਾ ਥੋੜਾ ਜਿਹਾ ਕੁਆਲੀਟੇਟਿਵ ਡਿਫਰੈਂਸ ਸੀਗਾ। ਪਰ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੂੰਗਾ ਕਿਉਂਕਿ ਇਹ ਜਾਂਚ ਦਾ ਵਿਸ਼ਾ ਆ। ਜਿੰਨੀ ਦੇਰ ਪੁਲਿਸ ਕਿਸੇ ਕਨਕਲੂਸਿਵ ਐਂਡ ਤੱਕ ਨਹੀਂ ਪਹੁੰਚਦੀ ਉਨੀ ਦੇਰ ਤੱਕ ਇਹਦੇ ਬਾਰੇ ਕੁਝ ਕਹਿਣਾ ਠੀਕ ਨਹੀਂ ਹੋਊਗਾ, ਕਿਉਂਕਿ ਪਹਿਲੇ ਕੇਸ ਵਿੱਚ ਤਾਂ ਦੋਸ਼ੀ ਮੌਕੇ ਤੇ ਹੀ ਫੜਿਆ ਗਿਆ। ਸੰਘੇੜਾ ਸਾਹਿਬ, ਮੈਂ ਇੱਕ ਸਵਾਲ ਕਰ ਲਾਂ। ਸੰਘੇੜਾ ਸਾਹਿਬ, ਬੇਅਦਬੀ ਕਾਂਡ ਨਾਲ ਇਸ ਕਤਲ ਦਾ ਕੋਈ ਲੈਣਾ ਦੇਣਾ ਹੈ ਜਾਂ ਨਹੀਂ? ਦੇਖੋ, ਮੈਂ ਡਾਇਰੈਕਟਲੀ ਇਹਦੇ ਬਾਰੇ ਜਾਂਚ ਦਾ ਵਿਸ਼ਾ ਹੈ, ਮੈਂ ਨਹੀਂ ਕੁਝ ਕਹਿਣਾ ਚਾਹੁੰਦਾ, ਪਰ ਇੱਕ ਗੱਲ ਤਾਂ ਪ੍ਰਤੱਖ ਹੈ ਨਾ ਕਿ ਕੁਝ ਏਜੰਸੀਆਂ ਦੇਸੀ ਜਾਂ ਵਿਦੇਸ਼ੀ ਉਹ ਮਾਹੌਲ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ ਆ।
ਕਿਉਂਕਿ ਜਿਹੜਾ ਵਿਕਟਮ ਹੈ ਇਸ ਘਟਨਾ ਦਾ ਉਹ ਡੇਰੇ ਨਾਲ ਵੀ ਸੰਬੰਧਿਤ ਹੈ ਤੇ ਨਾਲ ਉਹਦੇ ਤੇ ਉਹ ਇਹਨਾਂ ਘਟਨਾਵਾਂ ਲਈ ਦੋਸ਼ੀ ਵੀ ਉਹਦੇ ਤੇ ਕੇਸ ਚੱਲ ਰਿਹਾ ਸੀਗਾ। ਬਾਕੀ ਅਦਾਲਤ ਨੇ ਫੈਸਲਾ ਕਰਨਾ ਹੈ। ਉਹਦੇ ਚ ਉਹਨੂੰ ਉਹ ਸੀਗਾ ਜ਼ਮਾਨਤ ਤੇ ਆਇਆ ਹੋਇਆ ਸੀਗਾ। ਸੋ ਕੁਦਰਤੀ ਗੱਲ ਹੈ ਕਿ ਇਹਦੇ ਚ ਫਿਰ ਏਜੰਸੀਆਂ ਜਾਂ ਕੁਝ ਲੋਕ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹ ਇਸ ਤਰ੍ਹਾਂ ਦੀ ਘਟਨਾ ਕਰਨਗੇ ਤਾਂ ਇੱਕ ਵਰਗ ਖੁਸ਼ ਹੋਏਗਾ, ਦੂਸਰਾ ਵਰਗ ਜਿਹੜਾ ਉਹ ਅਗਰੀਡ ਫੀਲ ਕਰੇਗਾ ਕਿ ਸਾਡੇ ਤੇ ਹਮਲਾ ਕੀਤਾ। ਸੰਘੜਾ ਸਾਹਿਬ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਮਰਡਰ ਹੋ ਜਾਂਦਾ। ਦੇਖੋ ਇਹਦੇ ਬਾਰੇ ਕੇਪੀ ਸਿੰਘ ਜੀ ਗੱਲ ਇਹ ਆ, ਮੈਂ ਦੱਸਿਆ ਨਾ ਜੀ ਵੀ ਪਿਛਲੇ 15-20 ਸਾਲ ਜੋ ਕੁਛ ਇੱਥੇ ਪਨਪਦਾ ਰਿਹਾ ਆ, ਜੋ ਕੁਛ ਉੱਪਰ ਤੱਕ ਆਇਆ ਹੈ ਉਹਨੂੰ ਅਸੀਂ ਕੰਟਰੋਲ ਕਰਨ ਲੱਗੇ ਆ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਆ। ਗੈਂਗਸਟਰਸ ਮੁਕਾਬਲਿਆਂ ਵਿੱਚ ਵੀ ਮਾਰੇ ਗਏ ਆ ਔਰ ਗੰਨੇ ਦੇ ਖੇਤਾਂ ਵਿੱਚ ਵੀ ਪੁਲਿਸ ਨੇ ਰਿਸਕ ਲੈ ਕੇ ਗੰਨੇ ਦੇ ਖੇਤਾਂ ਵਿੱਚੋਂ ਫੜ ਤੱਕ ਵੀ ਗਏ ਆ ਔਰ ਜੜ੍ਹਾਂ ਵਿਦੇਸ਼ਾਂ ਤੱਕ ਫੈਲੀਆਂ ਹੋਈਆਂ। ਸਾਨੂੰ ਤਾਂ ਪਤਾ ਹੀ ਨਹੀਂ ਸੀ। ਕੇਂਦਰ ਰਾਹੀਂ ਮਤਲਬ ਕੇਂਦਰ ਸਰਕਾਰ ਰਾਹੀਂ ਉਹਨਾਂ ਨੂੰ ਵੀ ਲਿਆਉਣ ਦੀ ਕੋਸ਼ਿਸ਼ ਹੋ ਰਹੀ ਆ ਔਰ ਇੱਥੋਂ ਤੱਕ ਸੀਗਾ ਕਿ ਨਹੀਂ ਸੰਘੜਾ ਸਾਹਿਬ ਮੈਂ ਸਵਾਲ ਸੰਘੜਾ ਸਾਹਿਬ ਕੀ ਤੁਸੀਂ ਇਸ ਨੂੰ ਗੈਂਗਸਟਰਵਾਦ ਨਾਲ ਜੋੜਨਾ ਚਾਹ ਰਹੇ ਹੋ? ਮੈਂ ਅਜੇ ਕਿਸੇ ਪਾਸੇ ਨਹੀਂ ਜੋੜਨਾ ਚਾਹੁੰਦਾ। ਇਹ ਅੱਜ ਸਾਡੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸਾਹਿਬ ਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਲਈ ਹੈ ਔਰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਆ ਕਿ ਕੋਈ ਵੀ ਜਿਹੜਾ ਵੀ ਦੋਸ਼ੀ ਕਿਸੇ ਵੀ ਧਰਮ ਨਾਲ ਕਿਸੇ ਵੀ ਉੱਚਾ ਹੋਵੇ ਵੱਡਾ ਹੋਵੇ, ਕਿਸੇ ਨੂੰ ਖੁਸ਼ ਕਰਨ ਦੀ ਗੱਲ ਨਹੀਂ, ਕਿਸੇ ਨੂੰ ਨਾਰਾਜ਼ ਕਰਨ ਦੀ ਗੱਲ ਨਹੀਂ, ਪਰ ਅਪਰਾਧੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਬੜੀਆਂ ਸਖਤ ਤੁਸੀਂ ਮੀਡੀਆ 'ਚ ਚਲਾਈਆਂ ਵੀ ਆ। ਸੋ ਮੈਂ ਉਸ ਗੱਲ ਤੇ ਆਈ ਡੋਂਟ ਵਾਂਟ ਟੂ ਜੰਪ ਟੂ ਕਨਕਲੂਜਨ ਕਿਉਂਕਿ ਬਹੁਤ ਸੈਂਸਿਟਿਵ ਮਸਲਾ ਆ। ਪਰ ਹੈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨੀਆਂ ਕੋਸ਼ਿਸ਼ਾਂ ਹੋ ਰਹੀਆਂ। ਮੈਂ ਮਿਨੀਮਮ ਇਹਨਾਂ ਜ਼ਰੂਰ ਠੀਕ ਸ਼ਸ਼ੀਕਾਂਤ ਜੀ, ਪਰ ਉਹ ਸਫਲ ਨਹੀਂ ਹੋਣਗੇ। ਪੰਜਾਬ ਸਰਕਾਰ ਅਲਰਟ ਹੈ ਪੂਰੀ ਤਰ੍ਹਾਂ। ਪੰਜਾਬ ਦੀ ਪੁਲਿਸ ਠੀਕ ਹੈ ਸਰ। ਸੰਘੜਾ ਸਾਹਿਬ ਵਾਪਸ ਆ ਜਾਓ। ਕੇਂਦਰ ਨਾਲ ਮਿਲ ਕੇ ਵੀ ਕੰਮ ਕਰ ਰਿਹਾ, ਬਾਕੀ ਸੂਬਿਆਂ ਨਾਲ ਵੀ ਮਿਲ ਕੇ। ਚਲੋ ਸ਼ਸ਼ੀਕਾਂਤ ਜੀ ਸੂਬੇ ਦੀ ਕਾਨੂੰਨ ਵਿਵਸਥਾ ਨਵੀਂ ਸਰਕਾਰ ਆਉਣ ਤੋਂ ਬਾਅਦ ਡਗਮਗਾਈ ਹੈ ਜਾਂ ਇਸ ਨੂੰ ਸਿਰਫ ਇਸ ਐਂਗਲ ਨਾਲ ਦੇਖਿਆ ਜਾਣਾ ਚਾਹੀਦਾ ਹੈ ਕਿ ਸਰਕਾਰਾਂ ਕੁਝ ਕਰ ਨਹੀਂ ਸਕੀਆਂ ਤੇ ਇਸ ਲਈ ਕਤਲ ਹੋ ਗਿਆ? ਸ਼ਸ਼ੀਕਾਂਤ ਜੀ। No comments, sir. I don't comment on political things. No comments. Thank you. ਚਲੋ ਤੁਸੀਂ ਇਸ ਮੁੱਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦੇ। ਮੈਂ ਇੱਕ ਹੋਰ ਸਵਾਲ ਕਰਦਾ ਸ਼ਸ਼ੀਕਾਂਤ ਜੀ, ਜਿਹਦੇ ਤੁਸੀਂ ਕਮੈਂਟ ਕਰ ਸਕਦੇ ਹੋ। ਪੰਜਾਬ ਦੇ ਵਿੱਚ 7 ਦਿਨਾਂ ਵਿੱਚ 2 ਮਰਡਰ ਹੋਏ ਆ। ਦੋਨੋਂ ਹੀ ਮਰਡਰ ਇਹੋ ਜੀ ਜਗ੍ਹਾ ਤੇ ਹੋਏ ਆ ਜਿੱਥੇ ਸਿਕਿਉਰਿਟੀ ਨਾਲ ਸੀ। ਸ਼ਸ਼ੀਕਾਂਤ ਜੀ ਇਹ ਮੁੱਦਾ ਹੈਗਾ ਯੈਸ। ਹਾਂ, ਪਹਿਲਾਂ ਸਾਰਿਆਂ ਤੋਂ ਪਹਿਲੇ ਜਿਹੜੀ ਗੱਲ ਆਂਦੀ ਹੈਗੀ ਉਹ ਇਹ ਆਂਦੀ ਹੈਗੀ ਹੈ ਕਿ ਪੁਲਿਸ ਦਾ ਰਿਸਪੌਂਸ ਟਾਈਮ ਜੋ ਥਾ ਦੈਟ ਵਾਸ ਐਬਸੋਲੂਟਲੀ ਰਿਡਿਕੂਲਸ। ਕਿਸੇ ਦਾ ਕੋਈ ਰਿਸਪੌਂਸ ਕੋਈ ਨਹੀਂ ਸੀ। ਅੰਮ੍ਰਿਤਸਰ ਜਿਹੜਾ ਇੰਸੀਡੈਂਟ ਹੋਇਆ ਕਹਿੰਦੇ 17 18 19 ਬੰਦੇ ਉਹਦੇ ਸਨ, ਬੰਦੇ ਨੇ ਗੋਲੀ ਮਾਰ ਦਿੱਤੀ, ਕਿਸੇ ਵੱਲੋਂ ਕੋਈ ਐਕਸ਼ਨ ਨਹੀਂ ਹੋਇਆ। ਦੈਟ ਰਿਫਲੈਕਟਸ ਔਨ ਦ ਪੁਲਿਸ। ਇਹ ਜਿਹੜਾ ਕਿੱਸਾ ਹੈਗਾ ਅੱਜ ਦਾ ਕੋਟ ਕਪੂਰੇ ਵਾਲਾ, ਇਹਦੇ ਵਿੱਚ ਵੀ ਉਹਨੂੰ ਸਿਕਿਉਰਿਟੀ ਮਿਲੀ ਹੋਈ ਸੀ, ਗੋਲੀਆਂ ਮਾਰ ਕੇ ਬੰਦੇ ਚਲੇ ਗਏ, ਨੋ ਰਿਫਲੈਕਸ ਐਕਸ਼ਨ। ਹਾਲਾਂਕਿ ਪੁਲਿਸ ਦੇ ਵਿੱਚ ਰਿਫਲੈਕਸ ਐਕਸ਼ਨ ਜਿਹੜਾ ਹੈਗਾ ਨਾਰਮਲੀ ਇਟ ਸ਼ੁੱਡ ਬੀ ਅਬਾਊਟ 3 seconds or 4 seconds। ਇਹਦੇ ਤੋਂ ਜ਼ਿਆਦਾ ਰਿਫਲੈਕਸ ਐਕਸ਼ਨ ਜੇ ਹੋ ਗਿਆ ਦੈਟ ਮੀਨਸ ਉਹ ਬੰਦਾ ਜਿਹੜਾ ਹੈਗਾ ਸਿਕਿਉਰਿਟੀ ਫੋਰਸ ਦੇ ਵਿੱਚ ਰਹਿਣ ਦਾ ਕਾਬਿਲ ਨਹੀਂ ਹੈਗਾ। ਦੈਟ ਮੀਨਸ ਕਿ ਕੋਈ ਵੀ ਸਰਕਾਰ ਜੋ ਕਿ ਹੁਣ ਆਮ ਟਾਕਿੰਗ ਫਰਮ ਪੁਲਿਸ ਐਂਗਲ ਇੱਕ ਜਿਹੜਾ ਰੀਓਰੀਐਂਟੇਸ਼ਨ ਕੋਰਸਸ ਹੁੰਦੇ ਹੈਗੇ ਨੇ, ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਪੁਲਿਸ ਨੂੰ ਸੁਧਾਰ ਕੀਤਾ ਜਾਏ। ਬਸ ਇਹੀ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦਾ ਦੁਰਉਪਯੋਗ ਹੋਣਾ ਚਾਹੀਦਾ ਕਰ ਸਕਦੇ ਹੈਗੇ। ਸ਼ਸ਼ੀਕਾਂਤ ਜੀ ਇਹ 2 ਮਰਡਰ ਹੋਏ ਆ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਹੋਇਆ, ਤਾਂ ਕੀ ਉਹਨਾਂ ਪੁਲਿਸ ਅਫਸਰਾਂ ਤੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਬਣਦੀ ਹੈ? 100%। ਜੇ ਕੋਈ ਬੰਦਾ ਆਪਣੀ ਡਿਊਟੀ ਪੂਰੀ ਨਹੀਂ ਕਰਦਾ ਹੈਗਾ, ਉਹਦੀ ਡਿਊਟੀ ਤੇ ਫੇਲ ਆਂਦਾ ਹੈਗਾ, ਉਹਦਾ ਸਿੱਧਾ ਐਕਸ਼ਨ ਬਣਦਾ ਹੈਗਾ। ਇਹ ਤੇ ਸਾਡੇ ਪੁਲਿਸ ਟ੍ਰੇਨਿੰਗ ਦਾ ਹਿੱਸਾ ਹੈਗਾ। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬਾਕੀ ਪੋਲੀਟੀਕਲ ਪਾਰਟੀ ਕੋਲ ਵੀ ਜਾਣਾ, ਕਿਹੜੇ ਦੌਰ ਵੱਲ ਵੱਧਦਾ ਪੰਜਾਬ, ਸਵਾਲ ਬੜਾ ਮਹੱਤਵਪੂਰਨ ਹੈ ਤੇ ਬਹੁਤ ਸੰਜੀਦਗੀ ਨਾਲ ਇਸ ਮੁੱਦੇ ਤੇ ਮੰਥਨ ਕਰਨ ਦੀ ਜ਼ਰੂਰਤ ਹੈ ਕੀ ਹੈ। ਤੇ ਮੈਂ ਹਰ ਵਾਰ ਲਗਾਤਾਰ ਇਸ ਮੰਚ ਤੋਂ ਅਪੀਲ ਕਰੂੰਗਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਤੁਹਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਅੱਗੇ ਆਉਣਾ ਪਊਗਾ। ਜੇ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਉੱਤੇ ਤੁਹਾਨੂੰ ਕੋਈ ਸਵਾਲ ਹੈਗਾ ਤਾਂ ਸਵਾਲ ਕਰੋ, ਪਰ ਜਿਹੜੇ ਰਿਊਮਰ ਹੈ ਉਹਨਾਂ ਤੋਂ ਬਚੋ, ਕਿਉਂਕਿ ਕਈ ਇਹੋ ਜਿਹੀਆਂ ਤਾਕਤਾਂ ਪੰਜਾਬ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਤੇ ਅਸੀਂ ਉਸ ਹਿੱਸੇ ਵਿੱਚ ਨਹੀਂ ਖੜਨਾ ਜਿੱਥੇ ਵੰਡ ਪਵੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਿਹੜੇ ਦੌਰ ਵੱਲ ਵੱਧਦਾ ਪੰਜਾਬ, ਵੱਡਾ ਸਵਾਲ ਤੁਹਾਡੇ ਸਾਹਮਣੇ ਹੈ। ਪੰਜਾਬ ਨੂੰ ਕਿਹੜੀ ਪੱਠੀ 'ਚ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ?
ਪਰਮਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਪ੍ਰੀਤ ਸਿੰਘ ਖੜਿਆਲ, ਤੁਹਾਡਾ ਸਵਾਗਤ ਹੈ, ਤੁਸੀਂ ਆ ਗਏ ਹੋ, ਤੁਹਾਡਾ ਧੰਨਵਾਦ ਹੈ। ਕਾਂਗਰਸ ਸਪੋਕਸਪਰਸਨ ਹੈ, ਵਕੀਲ ਵੀ ਨੇ। ਪਰਮਵੀਰ ਸਿੰਘ ਪਹਿਲਾਂ ਬਿੱਟੂ ਦਾ ਕਤਲ ਹੋਇਆ, ਹੁਣ ਪ੍ਰਦੀਪ ਦਾ ਕਤਲ ਹੋਇਆ, ਤੁਸੀਂ ਇਸ ਨੂੰ ਬੇਅਦਬੀ ਕਾਂਡ ਨਾਲ ਜੋੜ ਕੇ ਦੇਖਣਾ ਚਾਹ ਰਹੇ ਹੋ ਜਾਂ ਬਿੱਟੂ ਦਾ ਕਤਲ ਉਹਦੀ ਵਜ੍ਹਾ ਕੁਝ ਹੋਰ ਹੈ ਤੇ ਇਸ ਕਤਲ ਦੀ ਵਜ੍ਹਾ ਕੁਝ ਹੋਰ ਹੈ? ਪਰਮਵੀਰ ਸਿੰਘ, ਫਸਟ ਟੇਕ। ਦੇਖੋ ਜੀ, ਸਾਰਿਆਂ ਨਾਲੋਂ ਪਹਿਲਾਂ ਜਿਹੜੀ ਇਹ ਗੱਲ ਤੁਸੀਂ ਪੁੱਛ ਰਹੇ ਹੋ, ਇਹ ਹਲੇ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਹੈ, ਪੁਲਿਸ ਇਹਦੇ ਉੱਪਰ ਜ਼ਿਆਦਾ ਚਾਨਣਾ ਪਾਏਗੀ। ਬਟ ਜੋ ਅੱਜ ਮਾਹੌਲ ਪੰਜਾਬ ਦਾ ਬਣ ਰਿਹਾ, ਮੈਂ ਸੰਘੇੜਾ ਸਾਹਿਬ ਦੀ ਗੱਲ ਨੂੰ ਅੱਗੇ ਲੈ ਕੇ ਜਾ ਰਿਹਾ। ਸੰਘੇੜਾ ਸਾਹਿਬ ਕਹਿ ਰਹੇ ਆ ਵੀ ਦੇਸੀ ਜਾਂ ਵਿਦੇਸ਼ੀ ਏਜੰਸੀਆਂ ਨੂੰ ਮੌਕਾ ਮਿਲ ਰਿਹਾ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ। ਇਹ ਮੌਕਾ ਕਿਉਂ ਮਿਲ ਰਿਹਾ? ਇਹ ਮੌਕਾ ਇਸ ਲਈ ਮਿਲ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਸੀਐਮ ਤੇ ਸਾਡੀ ਸਾਰੀ ਕੈਬਨਿਟ ਪੰਜਾਬ ਨੂੰ ਲਵਾਰਸ ਛੱਡ ਕੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਲੱਗੀ ਹੋਈ ਹੈ। 8 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਜੋ ਕਾਲੇ ਦੌਰ ਵਾਲੇ ਲੈ ਕੇ ਗਏ ਨੇ, ਖਿਡਾਰੀਆਂ ਤੋਂ ਲੈ ਕੇ ਵਪਾਰੀਆਂ ਤੱਕ ਦੇ ਕਤਲ ਹੋ ਰਹੇ ਨੇ। ਫਰੌਤੀਆਂ ਲਈ ਖੁੱਲੇ ਆਮ ਫੋਨ ਆ ਰਹੇ ਆ, ਲੋਕਲ ਐਸਟੀਡੀ ਕਾਲ ਬਣਾਤੀਆਂ ਗੈਂਗਸਟਰਸ ਨੇ, ਥਾਂ ਫਰੌਤੀਆਂ ਲਈ ਫੋਨ ਆ ਰਹੇ ਨੇ। ਇਹਨਾਂ ਦੀ ਸਰਕਾਰ ਨੇ ਆਉਂਦੇ ਸਾਰ ਸਿੱਧੂ ਮੂਸੇਵਾਲ ਦਾ ਕਤਲ ਹੋਇਆ, ਉਹ ਵੀ ਇਹਨਾਂ ਦੀ ਇੱਕ ਫੋਕੀ ਵਾਹਵਾਹੀ ਸੀ ਜਿਹੜੀ ਸਿਕਿਉਰਿਟੀ ਲੈਬਸ ਇਹਨਾਂ ਨੇ ਮੀਡੀਆ ਦੇ ਵਿੱਚ ਜੱਗ ਦਾਇਰ ਕੀਤੇ। ਪੁਲਿਸ ਹੈੱਡਕੁਆਟਰ ਤੇ ਹਮਲੇ ਹੋ ਰਹੇ ਨੇ। ਅੱਜ ਕੱਲ ਜਿਹੜੀ ਫਿਰਕੂ ਤਾਕਤਾਂ ਨੇ, ਉਹ ਜਿਹੜੀ ਹਿੰਸਾ ਹੋ ਰਹੀ ਹੈ ਪਟਿਆਲੇ ਤੋਂ ਸ਼ੁਰੂ ਹੋਈ ਹੈ। ਔਰ ਕਿਤੇ ਨਾ ਪਰਮਵੀਰ ਸਿੰਘ, ਮੈਂ ਇੱਕ ਸਵਾਲ ਕਰਾਂ ਪਰਮਵੀਰ ਸਿੰਘ, ਵੈਸੇ ਸਵਾਲ ਪਤਾ ਨਹੀਂ ਤੁਹਾਨੂੰ ਅੱਛਾ ਨਹੀਂ ਲੱਗੂਗਾ। ਜਦੋਂ ਕਾਂਗਰਸ ਜਾਂ ਅਕਾਲੀ ਦਲ ਬੀਜੇਪੀ ਤੋਂ ਇਲਾਵਾ ਕੋਈ ਸਰਕਾਰ ਪੰਜਾਬ ਵਿੱਚ ਬਣਦੀ ਹੈ, ਉਦੋਂ ਇਹ ਘਟਨਾਵਾਂ ਵੱਧਦੀਆਂ। ਵਾਟਸ ਯੂਅਰ ਟੇਕ? ਦੇਖੋ ਜੀ, ਮੈਂ ਇਹ ਬਿਲਕੁਲ ਨਹੀਂ ਕਹਾਂਗਾ ਵੀ ਇਹ ਘਟਨਾਵਾਂ ਵੱਧਦੀਆਂ। ਘਟਨਾਵਾਂ ਕਿਉਂ ਵੱਧ ਰਹੀਆਂ? ਕਿਉਂਕਿ ਸਾਡਾ ਪੰਜਾਬ ਅੱਜ ਲਵਾਰਸ ਹੋ ਚੁੱਕਿਆ ਹੈ। ਅੱਜ ਜਿਹੜਾ ਪੰਜਾਬ ਹੈ ਉਹ ਪੰਜਾਬ ਦਾ ਸੀਐਮ ਨਹੀਂ, ਇੱਕ ਬਾਹਰ ਬੈਠਾ ਬੰਦਾ ਚਲਾ ਰਿਹਾ। ਪਰਮਵੀਰ ਸਿੰਘ, ਇਹ ਜੇ ਆਮ ਆਦਮੀ ਪਾਰਟੀ ਇਹ ਸਵਾਲ ਕਰੇ ਕਿ ਭਗਵੰਤ ਮਾਨ ਨੇ ਉੱਥੇ ਆਪ ਉੱਥੇ ਰਾਈਫਲ ਚੱਕ ਕੇ ਜਾਂ ਉੱਥੇ ਸਿਕਿਉਰਿਟੀ ਬਣ ਕੇ ਉੱਥੇ ਫਿਰਨਾ ਸੀਗਾ, ਪੁਲਿਸ ਪ੍ਰਸ਼ਾਸਨ ਨੇ ਕੰਮ ਕਰਨਾ ਸੀ ਨਾ, ਉਹ ਤਾਂ ਗੁਜਰਾਤ ਨਹੀਂ ਗਿਆ ਹੋਇਆ। ਪਰਮਵੀਰ ਸਿੰਘ, ਦੇਖੋ ਜੀ, ਪੁਲਿਸ ਪ੍ਰਸ਼ਾਸਨ ਨੇ ਜੇ ਕੰਮ ਕਰਨਾ ਹੈ, ਪੁਲਿਸ ਦਾ ਮੋਰਾਲ ਡੇ ਬਾਈ ਡੇ ਡਾਊਨ ਹੋ ਰਿਹਾ ਹੈ ਕਿਉਂਕਿ ਪੰਜਾਬ ਦਾ ਐਡਮਿਨਿਸਟ੍ਰੇਟਰ ਜਿਹੜਾ ਕੌਣ ਹੈ? ਪੰਜਾਬ ਨੂੰ ਕੌਣ ਚਲਾ ਰਿਹਾ? ਪੰਜਾਬ ਨੂੰ ਚਲਾ ਰਿਹਾ ਬਾਹਰ ਦੀਆਂ ਤਾਕਤਾਂ ਜਿਹੜੇ ਦਿੱਲੀ 'ਚ ਬੈਠੇ ਨੇ। ਇਹ ਪੰਜਾਬ ਨੂੰ ਚਲਾਉਣ ਲਈ ਪੁਲਿਸ ਜਿਹੜੀ ਹੈ ਉਹਨਾਂ ਨੂੰ ਪ੍ਰੋਪਰ ਪਾਵਰ ਨਹੀਂ ਦਿੱਤੀ ਜਾ ਰਹੀ, ਫੰਕਸ਼ਨਿੰਗ ਨਹੀਂ ਉਹਨਾਂ ਨੂੰ ਕੀਤੀ ਦੇਣ ਜਾ ਰਹੀ, ਤੇ ਉਹਦੇ 'ਚ ਪੰਜਾਬ ਪੁਲਿਸ ਜਿਹੜੀ ਮੈਰੀਟੋਰੀਅਸ ਪੂਰੇ ਇੰਡੀਆ 'ਚ ਮੰਨੀ ਜਾਂਦੀ ਸੀ, ਅੱਜ ਉਹਦਾ ਮੋਰਾਲ ਕਿਉਂ ਡਾਊਨ ਹੋ ਰਿਹਾ? ਤੁਸੀਂ ਇਹ ਦੇਖੋ, NRIs ਦੀ ਗੱਲ ਕਰੀਏ, ਵਿਆਹ ਸ਼ਾਦੀਆਂ ਦੇ ਵਿੱਚ ਜਾ ਕੇ ਗੈਂਗਸਟਰ ਉੱਤੇ ਪ੍ਰੋਪਰ ਫਾਇਰਿੰਗ ਹੋ ਰਹੀ ਹੈ ਔਰ ਉਹਨਾਂ ਨੂੰ ਬਚਾਉਣ ਲਈ ਸਰਕਾਰ ਜਿਹੜੇ NRI ਆਇਆ ਉਹਨਾਂ ਤੇ ਕੇਸ ਉਲਟਾ ਕੇਸ ਪਾ ਰਹੀ ਹੈ। ਔਰ ਕਿਤੇ ਨਾ ਕਿਤੇ ਅੱਜ ਪੰਜਾਬ ਦਾ ਜਿਹੜਾ ਚਿਹਰਾ ਹੈ ਉਹ ਪੂਰੀ ਦੁਨੀਆ 'ਚ ਇਦਾਂ ਦਾ ਹੋ ਰਿਹਾ ਵੀ ਪੰਜਾਬ ਪੁਰਾਣੇ ਦੌਰ, ਕਾਲੇ ਦੌਰ ਦੇ ਵੱਲ ਉਹਨੇ ਤੁਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਇੱਕ ਮਿੰਟ। ਅਰਸ਼ਪ੍ਰੀਤ ਖੜਿਆਲ, ਤੁਸੀਂ ਬੜਾ ਸਵਾਲ ਇਹ ਚੁੱਕਿਆ ਸੀਗਾ ਜਦੋਂ ਸਿੱਧੂ ਮੂਸੇਵਾਲ ਦਾ ਮਰਡਰ ਹੋਇਆ ਸੀਗਾ, ਸਿਕਿਉਰਿਟੀ ਲੈਬਸ ਹੈ, ਸਿਕਿਉਰਿਟੀ ਹਟਾਈ ਗਈ, ਉਹਦੀ ਜਾਣਕਾਰੀ ਲੀਕ ਕੀਤੀ ਗਈ। ਜਿਹੜੇ ਹੁਣ 2 ਮਰਡਰ ਹੋਏ ਆ ਅੰਮ੍ਰਿਤਸਰ ਤੇ ਕੋਟਪੁਰੇ ਦੇ ਵਿੱਚ, ਉਹਦਾ ਸਿਕਿਉਰਿਟੀ ਦੇ ਵਿੱਚ ਹੋਇਆ ਖੜਿਆਲ ਸਾਹਿਬ? ਬਿਲਕੁਲ। ਹਾਂ, ਤੇ ਕਹਿਣਾ ਕੀ ਚਾਹਾਂਗੇ ਪੀ ਜੀ? ਮੈਂ ਤਾਂ ਤੁਹਾਡੇ ਤੋਂ ਸਵਾਲ ਕਰ ਰਿਹਾ ਨਾ, ਹੁਣ ਤੁਸੀਂ ਕੀ ਕਹੋਗੇ? ਦੇਖੋ, ਸਿਕਿਉਰਿਟੀ ਦੇ ਵਿੱਚ ਹੋਵੇ, ਸਿਕਿਉਰਿਟੀ ਦੇ ਬਗੈਰ ਹੋਵੇ ਮਰਡਰ ਹੈ ਤੇ ਮਰਡਰ ਗਲਤ ਹੈ, ਲਾਅ ਦੇ ਖਿਲਾਫ ਹੈ। ਤੇ ਜਸਟ ਬਿਕੋਜ਼ ਆਪਣਾ ਇੱਕ ਬੰਦੇ ਦਾ ਮਰਡਰ ਹੋ ਗਿਆ ਜਿਹਦੇ ਨਾਲ ਪ੍ਰੋਟੈਕਸ਼ਨ ਸੀ, ਜਿਹਦੇ ਨਾਲ ਸਿਕਿਉਰਿਟੀ ਸੀ, ਉਹਦਾ ਇਹ ਮਤਲਬ ਨਹੀਂ ਹੈ ਕਿ ਹੁਣ ਜਿੰਨੇ MLAs ਹੈ ਜਾਂ ਜਿਨ੍ਹਾਂ ਨੂੰ ਥ੍ਰੈਟ ਹੈ ਜਾਂ ਜਿਹੜੇ VVIPs ਹੈ ਜਿਹੜੇ ਆਪਣਾ ਜਿਨ੍ਹਾਂ ਨਾਲ ਥ੍ਰੈਟ ਪਰਸੈਪਸ਼ਨ ਹੈ ਕਿ ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰ ਦਿੱਤੀ ਜਾਵੇ ਵੀ ਸਿਕਿਉਰਿਟੀ ਦੇ ਨਾਲ ਤਾਂ ਇਹ ਇਨਸੀਡੈਂਟ ਹੋ ਸਕਦਾ। ਸੋ ਦੇਅਰਫੋਰ ਸਰਕਾਰ ਦੀ ਡਿਊਟੀ, ਜ਼ਿੰਮੇਵਾਰੀ ਹੁੰਦੀ ਹੈ ਕਿ ਆਪਦੇ ਵੱਲੋਂ 100% ਕੋਸ਼ਿਸ਼ ਕਰਨ ਕਿ ਕਿਸੇ ਨਾਲ ਵੀ ਇਹ ਜਿਹਾ ਹਾਦਸਾ ਨਾ ਹੋਵੇ, ਇੰਟੈਲੀਜੈਂਸ ਗੈਦਰ ਕਰਨ ਤੇ ਇੰਟੈਲੀਜੈਂਸ ਦੇ ਬੇਸਿਸ ਤੇ ਡਾਇਰੈਕਸ਼ਨ ਦੇਣ ਤੇ ਪੁਲਿਸ ਐਕਟ ਕਰੇ। ਲੇਕਿਨ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਪੰਜਾਬ ਦੇ ਵਿੱਚ ਇਨਸੀਡੈਂਟ ਤੇ ਇਨਸੀਡੈਂਟ ਹੋ ਰਿਹਾ ਹੈ, ਪੰਜਾਬ ਦਾ ਲਾਅ ਐਂਡ ਆਰਡਰ ਚਰਮਰਾ ਗਿਆ, ਬ੍ਰੇਕਡਾਊਨ ਹੋ ਚੁੱਕਿਆ ਹੈ। ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ, ਇੰਟਰਨੈਸ਼ਨਲ ਕਬੱਡੀ ਪਲੇਅਰਸ ਦਾ ਕਤਲ, ਇੰਟੈਲੀਜੈਂਸ ਹੈਡਕੁਆਰਟਰਸ ਤੇ ਗ੍ਰੇਨੇਡ ਫਾਇਰ ਹੋ ਗਿਆ, 6 ਦਿਨ ਪਹਿਲਾਂ ਇੱਕ ਹੋਰ ਕਤਲ, ਅੱਜ ਫੇਰ ਕਤਲ, ਅਬਡਕਸ਼ਨ ਰੇਟ ਵਾਧਾ, ਐਕਸਟੋਰਸ਼ਨ ਰੇਟ ਦੇ ਵਿੱਚ ਵਾਧਾ। NCRB ਦੀ ਰਿਪੋਰਟ ਕਹਿ ਰਹੀ ਹੈ ਪੰਜਾਬ ਨੇ NDPS ਰਿਲੇਟਡ ਕ੍ਰਾਈਮਸ ਦੇ ਵਿੱਚ ਟੌਪ ਕੀਤਾ ਹੈ। ਮੈਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹ ਤੋਂ ਪਹਿਲਾਂ ਵੀ ਪੁੱਛਦਾ ਹੈ ਵੀ ਹੋਰ ਕਿੰਨੇ ਇਨਸੀਡੈਂਟ ਲੱਗਣਗੇ ਤੁਹਾਨੂੰ ਸੀਰੀਅਸ ਹੋਣ ਲਈ, ਤੁਹਾਨੂੰ ਸੰਜੀਦਾ ਹੋਣ ਲਈ, ਤਾਂ ਜੋ ਤੁਸੀਂ ਇਹ ਚੀਜ਼ਾਂ ਨੂੰ ਨੱਥ ਪਾਓਗੇ, ਐਕਸ਼ਨ ਲਓਗੇ ਤੇ ਸੀਰੀਅਸ ਹੋਵੋਗੇ। ਲੇਕਿਨ ਆਮ ਆਦਮੀ ਪਾਰਟੀ ਨੇ ਐਕਸ਼ਨ ਕੋਈ ਨਹੀਂ ਲਿਆ। ਜੇ ਲੈ ਲੈਂਦੀ KPT ਤਾਂ ਹੋ ਸਕਦਾ ਹੈ ਕਿ ਅੱਜ ਰੂਲ ਆਫ ਲਾਅ ਹੁੰਦਾ, ਫੀਅਰ ਆਫ ਲਾਅ ਹੁੰਦਾ, ਇੱਕ ਡਰ ਹੁੰਦਾ। ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਸੀ ਆਮ ਆਦਮੀ ਪਾਰਟੀ ਨੂੰ ਜਦੋਂ ਇਨਸੀਡੈਂਟਸ ਹੋ ਰਹੇ ਸੀਗੇ, ਤਾਂ ਕਿ ਲੋਕ ਇੱਕ ਐਗਜ਼ਾਮਪਲ ਸੈੱਟ ਹੋ ਜਾਂਦਾ ਵੀ ਜੇ ਕੋਈ ਵੀ ਗਲਤ ਕੰਮ ਕਰੂਗਾ, ਕੋਈ ਵੀ ਲਾਅ ਦੀ ਉਲੰਘਣਾ ਕਰੂਗਾ, ਮਰਡਰ ਕਰਨ ਦੀ ਕੋਸ਼ਿਸ਼ ਕਰੂਗਾ, ਉਹਨੂੰ ਸਜ਼ਾ ਸਖਤ ਤੋਂ ਸਖਤ ਮਿਲੂਗੀ। ਲੇਕਿਨ
ਪਹਿਲਾਂ ਕੋਈ ਐਕਸ਼ਨ ਨਹੀਂ ਹੋਇਆ, ਇਹ ਚੀਜ਼ਾਂ ਵੱਧਦੀ ਜਾ ਰਹੀ ਹੈ ਤੇ ਛਵੀ ਆ ਪੰਜਾਬ ਦੀ ਕੀ ਬਣ ਰਹੀ ਹੈ ਕਿ ਪੰਜਾਬ ਦੇ ਵਿੱਚ ਪੀਸ ਨਹੀਂ, ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਦੇ ਵਿੱਚ ਵੀ ਵਾਧਾ ਹੋਊਗਾ ਕਿਉਂਕਿ ਪੀਸਫੁਲ ਤਾਂ ਹੁਣ ਪੰਜਾਬ ਹੈ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਇੱਥੇ ਹੁੰਦੀ ਨਹੀਂ। ਦਿੱਲੀ, ਹਿਮਾਚਲ, ਗੁਜਰਾਤ ਦੇ ਵਿੱਚ ਜ਼ਿਆਦਾ ਟਾਈਮ ਗੁਜ਼ਾਰਦੇ ਆ। ਹੋਮ ਮਿਨਿਸਟਰੀ ਦਾ ਪੋਰਟਫੋਲੀਓ ਭਗਵੰਤ ਮਾਨ ਸਾਹਿਬ ਕੋਲੇ, ਸੀਐਮ ਭਗਵੰਤ ਮਾਨ ਸਾਹਿਬ। ਜੇ ਤਾਂ ਪੰਜਾਬ ਦੇ ਵਿੱਚ ਹਾਲਾਤ ਬੜੇ ਵਧੀਆ ਹੋਣ, ਸਟੇਬਲ ਹੋਣ ਤਾਂ ਸਮਝ ਆਉਂਦੀ ਹੈ ਵੀ ਤੁਸੀਂ ਜਾਓ ਕੈਂਪੇਨ ਕਰੋ। ਜਦੋਂ ਇਹਨੇ ਡਾਇਰ ਸਰਕਮਸਟੈਂਸਸ ਹੈ ਤੁਸੀਂ ਅਫੋਰਡ ਵੀ ਕਿਵੇਂ ਕਰ ਸਕਦੇ ਹੋ ਬਾਹਰ ਜਾਣਾ, ਤੇ ਅੱਜ ਟਵੀਟ ਕਰਕੇ ਕਹਿੰਦੇ ਵੀ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਪੰਜਾਬ ਦੇ ਪੀਸ ਨੂੰ ਡਿਸਟਰਬ ਕਰਨ ਲਈ। ਭਗਵੰਤ ਮਾਨ ਸਾਹਿਬ, ਸੰਘੇੜਾ ਸਾਹਿਬ, ਪੀਸ ਆਲਰੇਡੀ ਡਿਸਟਰਬਡ ਹੈ। ਇਹ ਸਟੇਟ ਨੂੰ ਤੁਸੀਂ ਜਦ ਦੇ 7 ਮਹੀਨੇ ਜਦ ਤੁਸੀਂ ਆਏ ਹੋ ਤੇ ਇਹਦੇ ਵਿੱਚ ਲਾਅ ਐਂਡ ਆਰਡਰ ਬ੍ਰੇਕਡਾਊਨ ਹੀ ਹੁੰਦਾ ਜਾ ਰਿਹਾ ਹੈ। ਦੂਜੀ ਗੱਲ ਕਹਿੰਦੇ ਅਸੀਂ ਸਖਤ ਹਦਾਇਤਾਂ ਦਿੰਦੇ ਆ ਪੁਲਿਸ ਨੂੰ, ਕਹਿੰਦੇ ਅਸੀਂ ਸਖਤ ਹਦਾਇਤ ਦਿੰਦੇ ਆ ਵੀ ਐਕਸ਼ਨ ਹੋਵੇ। ਮੈਂ ਇੱਕ ਗੱਲ ਪੁੱਛਣਾ ਸੰਘੇੜਾ ਸਾਹਿਬ ਕਿ ਇਹ ਤੋਂ ਪਹਿਲਾਂ ਜਦੋਂ ਇਨਸੀਡੈਂਟ ਹੋਏ ਉਦੋਂ ਕਿਉਂ ਨਹੀਂ ਤੁਸੀਂ ਹਦਾਇਤਾਂ ਦਿੱਤੀਆਂ? ਖੜਿਆਲ ਸਾਹਿਬ ਤੁਹਾਨੂੰ ਬੇਅਦਬੀ ਕਾਂਡ ਨਾਲ ਇਸ ਦਾ ਕੋਈ ਕਨੈਕਸ਼ਨ ਲੱਗਦਾ? ਹਾਂਜੀ, ਤੁਹਾਨੂੰ ਬੇਅਦਬੀ ਕਾਂਡ ਨਾਲ? ਹਾਂ, ਮੈਨੂੰ ਜੋ ਲੱਗਦਾ ਹੈ ਉਹ ਸੈਕੰਡਰੀ ਹੈ। ਪ੍ਰਾਇਮਰੀ ਹੈ ਕਿ ਇਹਦੇ ਵਿੱਚ ਫਾਸਟ ਟਰੈਕ ਤੇ ਇੱਕ ਟਾਈਮ ਬਾਉਂਡ ਇਨਕੁਆਇਰੀ ਹੋਵੇ, ਪਤਾ ਲੱਗੇ ਕੌਣ ਰਿਸਪੌਂਸਿਬਲ ਹੈ ਵਾਕਈ ਤੇ ਕਿਵੇਂ ਹੋਇਆ, ਕਿਉਂ ਹੋਇਆ, ਕੌਣ ਇਹਦੇ ਪਿੱਛੇ ਹੈ ਤੇ ਅੱਗੇ ਕੀ ਹੋ ਸਕਦਾ ਉਹਨੂੰ ਅਵਰਟ ਕੀਤਾ ਜਾਵੇ। ਚਲੋ ਠੀਕ ਆਪਾਂ ਜਾ ਰਹੇ ਹੈ ਪੰਜਾਬ ਜਿਹੜੇ ਬੇਸ ਤੇ ਇਨਸੀਡੈਂਟਸ ਚੱਲ ਰਹੇ ਹੈ, ਜਿੰਨੇ ਮਰਡਰਸ ਹੋ ਰਹੇ ਹੈ ਉਹ ਵੀ ਲੋਕਾਂ ਦੀ ਜੋ ਪੁਲਿਸ ਪ੍ਰੋਟੈਕਸ਼ਨ ਨਾਲ ਹੈ। ਕਾਮਨਰਸ ਕਿਵੇਂ ਰਹਿਣਗੇ ਇੱਥੇ, ਇੰਡਸਟਰੀਜ਼ ਕਿਹੜੀਆਂ ਆਉਣਗੀਆਂ ਇੱਥੇ, ਰੋਜ਼ਗਾਰ ਕਿਹੜਾ ਹੋਊਗਾ? ਪੰਜਾਬ, ਮੈਂ ਤਾਂ ਹੀ ਕਹਿੰਦਾ ਸਟੇਟ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੁੰਦਾ ਤੇ ਸਟੇਟ ਨੂੰ ਚਲਾਉਣਾ ਸਿੱਖਿਆ ਆਮ ਆਦਮੀ ਪਾਰਟੀ। ਠੀਕ ਹੈ ਸੰਘੇੜਾ ਸਾਹਿਬ ਜਦੋਂ ਇਹ ਡਿਮਾਂਡ ਕੀਤੀ ਜਾਵੇ ਕਹਿੰਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਸੰਘੇੜਾ ਸਾਹਿਬ ਸਰਕਾਰ ਨੂੰ ਇਸੇ ਦਾ ਟੇਕ ਦੇਣਾ ਚਾਹੀਦਾ ਨਾ ਕਿ ਜਾਂਚ ਕਿਹੜੀ ਹੋਊਗੀ? ਦੇਖੋ ਇੰਨਾ ਸੰਜੀਦਾ ਮਸਲਾ ਆ, ਇਹ ਦੋਵੇਂ ਪਾਰਟੀਆਂ ਪੋਲਿਟਿਕਸ ਕਰਨ ਤੇ ਲੱਗੀਆਂ ਹੋਈਆਂ। ਸਾਰੀਆਂ ਪਾਰਟੀਆਂ ਦੇ ਲੀਡਰ ਗੁਜਰਾਤ ਜਾਂਦੇ ਆ, ਇਲੈਕਸ਼ਨ ਜਿੱਥੇ ਹੁੰਦੀ ਆ ਉੱਥੇ ਸਿਆਸੀ ਬੰਦੇ ਨੇ ਜਾਣਾ ਹੀ ਜਾਣਾ, ਪਰ ਉਹਦੇ 'ਚ ਲਾਅ ਐਂਡ ਆਰਡਰ ਦੇ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਗਈ, ਨਾ ਹੀ ਦਿੱਤੀ ਜਾਣੀ ਆ। ਭਗਵੰਤ ਮਾਨ ਸਾਹਿਬ ਤਾਂ ਮੋਸਟ ਆਫ ਦਾ ਟਾਈਮ ਹੀ ਇਜ਼ ਆਲਵੇਜ਼ ਹੀਅਰ, ਸੋ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ। ਅੱਜ ਦੀ ਡਿਬੇਟ ਨੂੰ ਆਪਾਂ ਸੰਜੀਦਾ ਤਰੀਕੇ ਨਾਲ ਕਰੀਏ, ਜਿਹੜਾ ਮਸਲਾ ਹੈਗਾ ਆ ਸੋ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਨਾ ਕਰੀਏ, ਐਵੇਂ ਰੌਲਾ ਪਾਈ ਚਲੀਏ। ਵੱਖਰੀ ਗੱਲ ਆ ਕਾਂਗਰਸੀ ਇੱਕ ਵਾਰੀ ਗਏ ਸੀਗੇ ਉੱਥੇ ਪ੍ਰਚਾਰ ਕਰਨ, ਤਾਂ ਉਹਨਾਂ ਦੀ ਅਯਾਸ਼ੀ ਦੀਆਂ ਤੇ ਹੋਟਲਾਂ ਦੀਆਂ ਖਬਰਾਂ। ਸੰਘੇੜਾ ਸਾਹਿਬ ਆਪਾਂ ਹੁਣ ਜਵਾਬ ਦੇਤਾ ਦਿੱਤਾ ਸਰ, ਹਾਂਜੀ ਸਾਡੇ ਸਾਫ ਆਪਾਂ ਕਿੱਧਰ ਜਾ ਰਹੇ ਹਾਂ? ਆਪਾਂ ਡਿਬੇਟ ਨੂੰ ਡੀਰੇਲ ਕਿਉਂ ਕਰ ਰਹੇ ਹਾਂ? ਮੈਂ ਤਾਂ ਸਿੱਧਾ ਸਵਾਲ ਕੀਤਾ ਸੰਘੇੜਾ ਸਾਹਿਬ, ਜੇ ਆਪਾਂ ਇੱਕ ਦੂਜੇ ਦਾ ਜਵਾਬ ਦੇਣਾ ਫਿਰ ਤੁਸੀਂ ਆਪ ਹੀ ਡਿਬੇਟ ਕਰ ਲਓ ਨਾ ਸਾਰੇ ਜਣੇ। ਮੈਂ ਸੰਘੇੜਾ ਸਾਹਿਬ ਸਿੱਧਾ ਸਵਾਲ ਕਰ ਰਿਹਾ, ਜੇ ਉੱਚ ਪੱਧਰੀ ਜਾਂਚ ਦੀ ਡਿਮਾਂਡ ਕੀਤੀ ਜਾ ਰਹੀ ਤੇ ਸਰਕਾਰ ਕਿਹੜੀ ਜਾਂਚ ਕਰਵਾਉਣ ਲੱਗੀ ਆ? ਨਹੀਂ ਦੇਖੋ, ਅਸੀਂ ਹਰ ਇੱਕ ਕੇਸ ਨੂੰ, ਹਰ ਇੱਕ ਗੱਲ ਨੂੰ ਬੜੀ ਸੰਜੀਦਾ ਤਰੀਕੇ ਨਾਲ ਲੈ ਰਹੇ ਨੇ ਮੁੱਖ ਮੰਤਰੀ ਸਾਹਿਬ, ਔਰ ਤੁਰੰਤ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਇਹ ਪਹਿਲਾਂ ਤੋਂ ਹੀ ਕਿ ਜਦੋਂ ਦੂਜੀਆਂ ਸਰਕਾਰਾਂ ਸੀ ਉਸ ਵੇਲੇ ਤੋਂ ਬਿਗੜੀ ਹੋਈ ਆ, ਅਸੀਂ ਤਾਂ ਸਗੋਂ ਸੁਧਾਰ ਕਰਨ 'ਚ ਲੱਗੇ ਹੋਏ ਆ। ਚਲੋ ਮੈਂ ਦੁਬਾਰਾ ਸਵਾਲ ਕਰਦਾ ਸੰਘੇੜਾ ਸਾਹਿਬ, ਦੁਬਾਰਾ ਸਵਾਲ ਕਰ ਦਿੰਦਾ ਸੰਘੇੜਾ ਸਾਹਿਬ, ਪੰਜਾਬ ਪੁਲਿਸ ਦੀ ਕੋਈ SIT ਇਨਕੁਆਇਰੀ ਕਰੂਗੀ ਜਾਂ CBI ਇਨਕੁਆਇਰੀ ਦੀ ਜ਼ਰੂਰਤ ਹੈ? ਸੰਘੇੜਾ ਸਾਹਿਬ ਸਿੱਧਾ ਸਵਾਲ ਕਰ ਰਿਹਾ ਮੈਂ। ਨਹੀਂ ਪੰਜਾਬ ਪੁਲਿਸ ਹੀ ਇਨਕੁਆਇਰੀ ਕਰੇਗੀ। ਮੋਟਰਸਾਈਕਲ ਵੀ ਬਰਾਮਦ ਕਰ ਲਏ ਆ ਬੜੇ ਤੇਜ਼ੀ ਨਾਲ, ਸਵੇਰੇ ਹੀ ਉੱਥੇ ਸਾਰੇ ਹਰ ਤਰ੍ਹਾਂ ਦੇ ਮਤਲਬ ਅਧਿਕਾਰੀ ਪਹੁੰਚ ਗਏ ਸੀਗੇ। ਜੇ ਤੁਸੀਂ ਮੋਟਰਸਾਈਕਲਾਂ ਦੀ ਗੱਲ ਕਰ ਰਹੇ ਹੋ, ਮੋਟਰਸਾਈਕਲ ਫਰਜ਼ੀ ਨੰਬਰਾਂ ਵਾਲੇ ਬਰਾਮਦ ਕੀਤੇ ਗਏ ਆ ਸੰਘੇੜਾ ਸਾਹਿਬ, ਉਹ ਕਿੰਨੀ ਦੇਰ ਕੋਟਕਪੁਰਾ ਵਿੱਚ ਰਹੇ ਆ ਉਹ, ਉਸ ਤੋਂ ਬਾਅਦ ਜੇ ਬਾਜੇਖਾਨੇ ਤੋਂ ਬੱਸ ਤੇ ਫਰਾਰ ਹੁੰਦੇ ਆ ਉਹ, ਤੇ ਉਸ ਦਰਮਿਆਨ ਹੋਇਆ ਕੀ ਸਰ? ਫਿਰ ਉਹਦਾ ਜਵਾਬ ਵੀ ਦੇ ਦਿਓ ਨਾ ਸੰਘੇੜਾ ਸਾਹਿਬ, ਜੇ ਤੁਸੀਂ ਮੋਟਰਸਾਈਕਲਾਂ ਦੀ ਗੱਲ ਕਰਨੀ ਹੈ ਤਾਂ। ਕਈ ਗੱਲਾਂ ਸਿਕਿਉਰਿਟੀ ਰੀਜਨ ਤੋਂ ਵੀ ਜਾਂ ਕੇਸ ਦੀ ਘੱਟ ਤੋਂ ਨਹੀਂ ਇਮੀਡੀਏਟਲੀ ਜਾਂ ਪੁਲਿਸ ਨੇ ਦੱਸਣੀਆਂ ਹੁੰਦੀਆਂ। ਸੋ ਇਹ ਮਤਲਬ ਆਪਾਂ ਥੋੜੀ ਜਿਹੀ ਵੇਟ ਕਰੀਏ, ਬੜੀ ਤੇਜ਼ੀ ਨਾਲ ਇਨਕੁਆਇਰੀ ਹੋ ਰਹੀ ਆ ਔਰ ਹਰ ਪੱਖ ਤੋਂ ਹਰ ਇੱਕ ਚੀਜ਼ ਜਿਹੜੀ ਆ ਸਪਸ਼ਟ ਤੌਰ ਤੇ ਛਾਇਆ ਕੀਤੀ ਜਾਵੇਗੀ। ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਬਿਲਕੁਲ ਨਹੀਂ ਉਹਦੇ 'ਚ ਕੋਈ ਕੰਪਰੋਮਾਈਜ਼ ਕੀਤਾ ਜਾਵੇਗਾ। ਇਹ ਪਹਿਲੀ ਸਰਕਾਰ ਦੇ ਕੰਮ ਕੀਤੇ ਹੋਏ ਆ, ਪੰਜਾਬ ਪੁਲਿਸ ਤੇ ਨਹੀਂ ਉਂਗਲ ਚੱਕ ਸਕਦੇ ਆਪਾਂ। ਗੰਨੇ ਦੇ ਖੇਤਾਂ 'ਚ ਵੜ ਕੇ ਵੀ ਇਹ ਗੈਂਗਸਟਰਸ ਨੂੰ ਗ੍ਰਿਫਤਾਰ ਕੀਤਾ ਆ ਔਰ ਮੁਕਾਬਲੇ 'ਚ ਵੀ ਗੈਂਗਸਟਰ ਮਾਰੇ ਗਏ ਆ ਔਰ ਹਰ ਇੱਕ ਚੀਜ਼ ਦੀ ਫੋਲਾ ਫਰਾਲੀ ਤਹਿ ਤੱਕ ਗਏ ਆ, ਤਾਂ ਹੀ ਪਤਾ ਲੱਗਿਆ ਕਿ ਇਹਨਾਂ ਦੀਆਂ ਰੂਟਸ ਵਿਦੇਸ਼ਾਂ ਤੱਕ ਫੈਲੀਆਂ ਹੋਈਆਂ ਔਰ ਨਾਲ ਪੁਲਿਸ ਦੇ ਵਿੱਚ ਕਈ ਪੂਰੇ ਦਾ ਪੂਰਾ ਗਰੁੱਪ ਹੀ ਰਲਿਆ ਹੋਇਆ, ਉਹ ਵੀ ਫੜ ਲਿਆ ਜਿਹਨੇ ਗੈਂਗਸਟਰ ਨੂੰ ਭਜਾਤਾ। ਦੂਜੇ ਸੂਬਿਆਂ ਨਾਲ ਕੋਲੈਬੋਰੇਟ ਕਰਕੇ ਈਵਨ ਹਰਿਆਣਾ, ਦਿੱਲੀ ਦੀ ਪੁਲਿਸ ਵੀ ਸਹਿਯੋਗ ਕਰ ਰਹੀ ਆ। ਜਿਹੜਾ ਟੀਨੂ ਜਿਹੜਾ ਪੁਲਿਸ ਦੀ ਮਦਦ ਨਾਲ ਹੀ ਭੱਜ ਗਿਆ ਸੀ, ਉਹ ਪੁਲਿਸ ਵਾਲੇ ਵੀ ਅੰਦਰ ਕੀਤੇ। ਚਲੋ ਠੀਕ ਹੈ, ਮੈਂ ਵਾਪਸ ਆ ਰਿਹਾ, ਬ੍ਰੇਕ ਲੈ ਲਵਾਂ, ਪੁਲਿਸ ਦੀ ਕਾਰਗੁਜ਼ਾਰੀ ਤੇ ਨਹੀਂ ਕਿੰਤੂ ਪਰੰਤੂ। ਚਲੋ ਮੈਂ ਵਾਪਸ ਆ ਰਿਹਾ, ਇੱਕ ਛੋਟਾ ਬ੍ਰੇਕ ਲੈ ਲਵਾਂ, ਮੈਂ ਆ ਰਿਹਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਕਿਹੜੇ ਦੌਰ ਵੱਲ ਵੱਧਦਾ ਪੰਜਾਬ, ਅਸੀਂ ਲਗਾਤਾਰ ਇਹ ਸਵਾਲ ਕਰਦੇ ਪਏ ਹਾਂ, ਫਿਰ ਅਪੀਲ ਕਰਦੇ ਪਏ ਹਾਂ। ਇਹ ਮੰਚ ਲਗਾਤਾਰ ਅਪੀਲ ਕਰੂਗਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸਾਰੇ ਪੰਜਾਬੀਆਂ ਨੇ ਬਚਾਉਣਾ।
ਹੋਣਾ ਹੈ, ਅਸੀਂ ਤੁਸੀਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਬਹੁਤ ਧੰਨਵਾਦ ਹੈ ਤੇ ਇੱਕ ਵਾਰ ਫਿਰ ਬ੍ਰੇਕ ਲੈਂਦੇ। ਕਿਹੜੇ ਦੌਰ ਵੱਲ ਵੱਧਦਾ ਪੰਜਾਬ, ਵੱਡਾ ਸਵਾਲ। ਪੰਜਾਬ ਨੂੰ ਕਿਹੜੀ ਪੱਠੀ 'ਚ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸ਼ਸ਼ੀਕਾਂਤ ਜੀ, ਸ਼ਸ਼ੀਕਾਂਤ ਜੀ, ਮੈਂ ਇੱਕ ਸਵਾਲ ਤੁਹਾਨੂੰ ਇਹ ਕਰ ਰਿਹਾ, ਕਿਹੜੀਆਂ ਏਜੰਸੀਆਂ ਦੇ ਪਿੱਛੇ, ਕਿਹੜੀਆਂ ਤਾਕਤਾਂ, ਕਿਹੜੀ ਸਿਆਸਤ? ਮੈਂ ਸਰ ਮੇਰਾ ਉਹ ਸਵਾਲ ਨਹੀਂ ਹੈਗਾ। ਸ਼ਸ਼ੀਕਾਂਤ, ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਤੋੜਿਆ ਜਾ ਸਕਦਾ ਹੈ, ਪੰਜਾਬ ਦੀ ਭਾਈਚਾਰਾ ਸਾਂਝ ਨੂੰ ਤੋੜਿਆ ਜਾ ਸਕਦਾ ਹੈ? ਪੰਜਾਬ ਦੀ ਜਿਹੜੀ ਭਾਈਚਾਰਾ ਹੈਗਾ ਉਹਨੂੰ ਬਿਲਕੁਲ ਨਹੀਂ ਤੋੜਿਆ ਜਾ ਸਕਦਾ ਹੈਗਾ। ਪੰਜਾਬ ਦੀ ਜਨਤਾ ਫਿਰ ਉਸ ਕਾਲੇ ਦੌਰ ਵੱਲ ਨਹੀਂ ਜਾਣਾ ਚਾਹੁੰਦੀ, ਉਹਦੇ ਬਾਰੇ ਸੋਚਣਾ ਵੀ ਨਹੀਂ ਚਾਹੁੰਦੀ ਹੈਗੀ। ਪਰ ਲੋਕੀ ਜਿਹੜੇ ਹੈਗੇ ਨੇ, ਲੋਕਾਂ ਦੇ ਨਾਲ ਮੇਰਾ ਮਤਲਬ ਹੈਗਾ ISI ਜਾਂ ਜਿਹੜੇ ਕਿ ਏਜੰਟਸ, ਜਿਹੜੇ ਕਿ ਬੰਦੇ ਆ, ਜਿਹੜੀ ਤਾਕਤਾਂ, ਜਿਹੜੇ ਅਨਸਰ ਬਾਹਰ ਬੈਠੇ ਹੋਏ ਹੈਗੇ ਨੇ, ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਲਗਾਤਾਰ ਰਹਿਣਗੀਆਂ। ਅੱਜ ਦੀ ਤੁਸੀਂ ਗੱਲ ਕਰ ਰਹੇ ਹੈਗੇ ਹੋ, ਠੀਕ ਹੈ, ਭਾਈਚਾਰੇ ਦੀ ਗੱਲ ਕਰ ਰਹੇ ਹੋ ਸਰ, ਬਟ ਦ ਇਸ਼ੂ ਇਜ਼ ਡੈਮੇਜ ਇਜ਼ ਡਨ। ਸੋਸ਼ਲ ਮੀਡੀਆ ਦੇਖ ਲਓ, TV ਚੈਨਲਸ ਦੇਖ ਲਿਓ, ਉਹਦੇ ਵਿੱਚ ਕਹਾਣੀਆਂ ਤੇ ਕਹਾਣੀਆਂ ਆ ਰਹੀਆਂ ਹੈਗੇ, ਡੈਮੇਜ ਇਜ਼ ਡਨ ਆਲਰੇਡੀ। ਹੁਣ ਸਵਾਲ ਇਹ ਆਉਂਦਾ ਹੈਗਾ ਕਿ ਇਹ ਜਿਹੜਾ ਡੈਮੇਜ ਹੋ ਗਿਆ ਹੈਗਾ, ਇਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਅਨਡੂ ਕਰ ਸਕਦੇ ਹੋ, ਕਿਸ ਤਰੀਕੇ ਨਾਲ ਉਹਨੂੰ ਰੋਕ ਸਕਦੇ ਹੈਗੇ। ਹੁਣ ਜੇ ਤੁਸੀਂ ਪਰਮਿਟ ਕਰੋ, ਮੈਂ ਦੋ ਗੱਲਾਂ ਹੋਰ ਕਹਿਣਾ। ਬੋਲੋ ਸਰ, ਬੋਲੋ। ਇਹ ਜਿਹੜੀ ਗੱਲ ਆ ਰਹੀ ਹੈਗੀ ਹੈ ਸੋਸ਼ਲ ਮੀਡੀਆ ਦੇ ਵਿੱਚ, ਕਿਤੇ ਕੀ ਇਹ ਗੋਲਡੀ ਬਾਹਰ ਬੈਠਾ ਹੈਗਾ ਤੇ ਉਹਨੇ ਰਿਸਪੌਂਸਿਬਿਲਿਟੀ ਲਿੱਤੀ ਕਿਉਂਕਿ ਕਹਿੰਦਾ ਹੈਗਾ ਐਸ ਪਰ ਸੋਸ਼ਲ ਮੀਡੀਆ, ਮੈਨੂੰ ਨਹੀਂ ਪਤਾ ਇਹਨਾਂ ਦੇ ਇਨਵੈਸਟੀਗੇਸ਼ਨ 'ਚ ਕੀ ਆਏਗਾ, ਕਿ 7 ਵਾਰੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਤੇ ਹੁਣ ਬਦਲਾ ਲੈ ਰਹੇ ਹੈਗੇ। ਇਹ ਜਿਹੜਾ ਹੈਗਾ ਇਸ ਡੇਂਜਰ ਸਿਗਨਲ, ਇਹਨੂੰ ਤੁਸੀਂ ਲੌਕ ਕਰਕੇ ਆਪਣਾ ਜਿਹੜਾ ਬਲੈਕ ਬੋਰਡ ਹੈਗਾ ਜਾਂ ਵਾਈਟ ਬੋਰਡ ਹੈਗਾ ਉੱਥੇ ਲਿਖ ਦਿਓ। ਹੁਣ ਇਹਦੇ ਰਿਪਰਕਸ਼ਨਸ ਜਿਹੜੇ ਹੈਗੇ ਨੇ ਸੀਰੀਅਸ ਹੋਣਗੇ, ਜਿਨ੍ਹਾਂ ਨੂੰ ਮੈਂ ਨਹੀਂ ਸਮਝਦਾ ਕੋਈ ਆਸਾਨੀ ਦੇ ਨਾਲ ਰੋਕ ਸਕਦਾ ਹੈਗਾ ਜੇ ਸਰਕਾਰ ਚੌਕਸ ਨਾ ਹੋਈ। ਇੱਕ ਗੱਲ ਹੋਰ, ਤੁਸੀਂ ਇੰਟੈਲੀਜੈਂਸ ਏਜੰਸੀਜ਼ ਦੀ ਗੱਲ ਕੀਤੀ, ਆਈ ਫੀਲ ਸਟੇਟ ਇੰਟੈਲੀਜੈਂਸ ਹੋਏ ਚਾਹੇ ਸੈਂਟਰਲ ਇੰਟੈਲੀਜੈਂਸ ਹੋਏ, all of them have failed। ਜਿਹੜੇ ਵੀ ਅਲਰਟਸ ਆਏ ਹੈਗੇ ਨੇ, ਜਨਤਾ ਦੇ ਬੁਰੇ ਆਏ ਹੈਗੇ ਨੇ, they were all general alerts। ਇਹ ਹੋ ਸਕਦਾ ਹੈ, ਉਹ ਹੋ ਸਕਦਾ ਹੈ, ਬੰਦੇ ਆ ਗਏ, ਬੰਦੇ ਗਏ, ਪਰ ਕਦੇ ਕਿਸੇ ਨੇ ਦੱਸਿਆ ਕਿ ਇੰਟੈਲੀਜੈਂਸ ਬਿਲਡਿੰਗ ਤੇ ਅਟੈਕ ਹੋਣ ਜਾ ਰਿਹਾ ਹੈਗਾ, ਕਦੇ ਕਿਸੇ ਨੇ ਦੱਸਿਆ ਕਿ ਮੂਸੇਵਾਲਾ ਦਾ ਮਰਡਰ ਹੋਣ ਜਾ ਰਿਹਾ ਹੈ, ਕਦੇ ਕਿਸੇ ਨੇ ਦੱਸਿਆ ਸੂਰੀ ਦਾ ਮਰਡਰ ਹੋਣ ਜਾ ਰਿਹਾ ਹੈ, ਕਦੇ ਕਿਸੇ ਨੇ ਦੱਸਿਆ ਇਹਦਾ ਹੈਗਾ। ਵੀ ਕਾਲ them ਟੇਬਲ ਰਿਪੋਰਟਸ। ਮੈਂ ਇੰਟੈਲੀਜੈਂਸ ਸਾਰੀ ਜ਼ਿੰਦਗੀ ਗੁਜ਼ਾਰੀ, ਯੂਨੀਵਰਸਿਟੀ ਟੇਬਲ ਰਿਪੋਰਟਸ ਕਹਿੰਦੇ ਹੈਗੇ ਨੇ, ਜਨਰਲ ਰਿਪੋਰਟਸ ਜਿਹੜੀ ਹੁੰਦੀਆਂ ਨੇ। ਸ਼ਾਇਦ ਮੈਂ ਜ਼ਿਆਦਾ ਬੋਲ ਰਿਹਾ ਹੈਗਾ, ਸੌਰੀ, ਥੈਂਕ ਯੂ। ਨਹੀਂ ਸ਼ਸ਼ੀਕਾਂਤ ਜੀ, ਮੈਂ ਇਹਦੇ ਨਾਲ ਤੁਹਾਡਾ ਇਤਫਾਕ ਰੱਖਦਾ ਤੇ ਨਾਲ ਮੈਂ ਇੱਕ ਸਵਾਲ ਇਹ ਵੀ ਕਰਨਾ ਚਾਹੁੰਦਾ, ਸਾਡਾ ਬਹੁਤਾ ਮੀਡੀਆ ਵੀ ਟੇਬਲ ਰਿਪੋਰਟਸ ਤੇ ਹੀ ਸਾਰੀਆਂ ਬਹਿਸਾਂ ਛੱਡੀ ਬੈਠਾ ਹੈ। ਸ਼ਸ਼ੀਕਾਂਤ ਜੀ, ਮੈਨੂੰ ਇਹ ਕਹਿਣ ਵਿੱਚ ਕੋਈ ਗਰੇਜ ਨਹੀਂ ਹੈਗਾ, ਇਹਨੂੰ ਕਹਿਣ 'ਚ ਕੋਈ ਗੁਰੇਜ ਨਹੀਂ ਹੈਗਾ। ਤਾਂ ਹੀ ਮੈਂ ਕਿਹਾ ਕਿ ਸੋਸ਼ਲ ਮੀਡੀਆ ਦੇ ਕੁਝ ਚੈਨਲਸ ਹੈਗੇ ਨੇ, ਉਹਨਾਂ ਨੇ ਦੇ ਹੈਵ ਆਲਰੇਡੀ ਡਨ ਦ ਡੈਮੇਜ ਹੋ ਗਿਆ ਹੈ। ਹੁਣ ਉਹਨੂੰ ਸੋਚੋ ਕਿ ਤੁਸੀਂ ਰਿਊਮਰ ਮੌਂਗਰਿੰਗ ਜਿਹੜੀ ਹੋਗੀ ਉਹਨੂੰ ਕਿਸ ਤਰ੍ਹਾਂ ਰੋਕ ਸਕਦੇ ਹੈਗੇ। ਸੰਗੜਾ ਸਾਹਿਬ, ਯੂ ਹੈਵ ਟੂ ਸੀ ਦੈਟ। ਇਹ ਨਹੀਂ ਕਿ ਮੀਟਿੰਗ ਕਰ ਦਿਓ, ਕਿਸੇ ਨੂੰ ਛੱਡਣਾ ਨਹੀਂ ਹੈਗਾ। ਲੁੱਕ ਇਨਟੂ ਦੈਟ, ਹਾਊ ਟੂ ਅਨਡੂ ਦ ਡੈਮੇਜ ਜਿਹੜਾ ਹੋ ਗਿਆ ਹੈਗਾ। ਰਿਊਮਰ ਮੌਂਗਰਿੰਗ ਹੋ ਰਹੀ ਹੈਗੀ ਹੈ, ਗॉड ਨੋਸ ਕਿਹੜੇ WhatsApp ਮੈਸੇजेस ਚੱਲ ਰਹੇ, ਕੰਟਰੋਲ ਦੈਟ। ਥੈਂਕ ਯੂ। ਸ਼ਸ਼ੀਕਾਂਤ ਜੀ, ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਸੀਗਾ। ਇਹ ਜਿਹੜੀ ਬਹਿਸ ਖੜੀ ਕੀਤੀ ਜਾ ਰਹੀ ਹੈ, ਕਦੇ ਸਿੱਖ ਵਰਸਸ ਈਸਾਈ, ਮੈਂ ਧਰਮਾਂ ਦਾ ਕਦੇ ਜ਼ਿਕਰ ਨਹੀਂ ਕਰਦਾ ਹੁੰਦਾਗਾ, ਪਰ ਇਹ ਸਿੱਖ ਵਰਸਸ ਈਸਾਈ, ਕਦੇ ਸਿੱਖ ਵਰਸਸ ਹਿੰਦੂ, ਕਦੇ ਡੇਰਾ ਵਰਸਸ ਸਿੱਖ, ਇਹੋ ਜਿਹੀਆਂ ਬਹਿਸਾਂ ਤੇ ਇਹੋ ਜਿਹੇ ਇਨਸੀਡੈਂਟ ਸਾਡੇ ਸਾਹਮਣੇ ਰੱਖੇ ਜਾ ਰਹੇ ਆ, ਜਿੰਦੇ ਨਾਲ ਇਹ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਅਸੀਂ ਬਾਕੀ ਥਾਵਾਂ ਤੇ ਕੀਤਾ ਉਵੇਂ ਹੀ ਪੰਜਾਬ 'ਚ ਵੀ ਅਸੀਂ ਤੋੜਾਂਗੇ ਤੁਹਾਨੂੰ। ਜੋ ਕਿਸੇ ਨੂੰ ਵੀ ਪੜਨਾ ਹੈਗਾ, ਤੋੜਨਾ ਹੈਗਾ, ਕੀ ਹੁੰਦਾ ਤਰੀਕਾ? ਪਰਿਵਾਰ ਨੂੰ ਤੋੜ ਦਿਓ। ਅਸੀਂ ਜਿਹੜੇ ਵੀ ਪੰਜਾਬ ਦੇ ਵਾਸੀ ਹੈਗੇ ਨੇ, ਵਸਨੀਕ ਹੈਗੇ ਆ, ਵੀ ਆਰ ਵਨ ਫੈਮਿਲੀ। ਕੋਸ਼ਿਸ਼ ਹੈਗੀ ਕਿ ਸਾਡੇ ਵਿਚਕਾਰ ਕਿਸ ਤਰੀਕੇ ਨਾਲ ਤਰੇੜ ਪਾ ਦਿਓ, ਕਿਸ ਤਰੀਕੇ ਨਾਲ ਇੱਥੇ ਵਾਇਲੈਂਸ ਕਰ ਦਿਓ, ਪ੍ਰੋਬਲਮ ਕਰ ਦਿਓ। ਇਹ ਪਰਿਵਾਰ ਨੂੰ ਭੰਨਣ ਦੀ ਕੋਸ਼ਿਸ਼ ਹੈਗੀ ਹੈ, ਨਥਿੰਗ ਮੋਰ ਨਥਿੰਗ ਲੈਸ। ਚਲੋ ਖੜਿਆਲ ਸਾਹਿਬ ਬਹੁਤ ਸੀਰੀਅਸ ਹੋਣਾ ਪਊਗਾ ਆਪੋਜੀਸ਼ਨ ਨੂੰ ਵੀ। ਖੜਿਆਲ ਸਾਹਿਬ, ਜੇ ਪੰਜਾਬ ਜੋ ਤੁਸੀਂ ਕਰੋ ਉਹਦੀ ਸਿਆਸਤ, ਮੈਂ ਨਹੀਂ ਰੋਕਦਾਗਾ, ਤੁਹਾਡਾ ਹੱਕ ਹੈ ਸਿਆਸਤ ਕਰਨਾ, ਪਰ ਖੜਿਆਲ ਸਾਹਿਬ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਪੂਰੀ ਪੋਲਿਟਿਕਸ ਨੂੰ, ਪੂਰੀ ਪੋਲੀਟੀਕਲ ਕਲਾਸ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਪਊਗਾ ਖੜਿਆਲ ਸਾਹਿਬ, ਤਾਂ ਹੀ ਪੰਜਾਬ ਦੀ ਸ਼ਾਂਤੀ ਬਰਕਰਾਰ ਰਹੂਗੀ। ਖੜਿਆਲ ਸਾਹਿਬ, ਸਿਆਸਤ ਕੌਣ ਕਰ ਰਿਹਾ ਕੇਪੀ ਜੀ? ਤੁਸੀਂ ਨਹੀਂ ਕਰ ਰਹੇ। ਦੱਸੋ ਕਿਵੇਂ ਸਿਆਸਤ ਕੀਤੀ ਅਸੀਂ? ਤੁਸੀਂ ਨਹੀਂ ਕਰ ਰਹੇ। ਨਹੀਂ, ਬਿਲਕੁਲ ਨਹੀਂ ਕਰ ਰਹੇ। ਤੁਸੀਂ ਜਿਹੜੇ ਸਵਾਲ ਅੱਜ ਖੜੇ ਕਰਦੇ ਪਏ ਹੋ, ਤੁਹਾਡੇ ਵੇਲੇ ਜੇਲ੍ਹ ਵਿੱਚ ਬਿੱਟੂ ਦਾ ਮਰਡਰ ਹੋ ਗਿਆ, ਉਹ ਸਵਾਲ ਆਮ ਆਦਮੀ ਪਾਰਟੀ ਪੁੱਛਦੀ ਰਹੀ ਤੇ ਅੱਜ ਤੁਸੀਂ ਇਹਨਾਂ ਨੂੰ ਸਵਾਲ ਕਰਦੇ ਪਏ ਹੋ। ਕੋਈ ਸਿਰ ਜੋੜ ਕੇ ਗੱਲ ਇਹ ਨਹੀਂ ਕਰਨ ਨੂੰ ਤਿਆਰ ਹੈਗਾ ਕਿ ਸਾਡੇ ਪੰਜਾਬ ਨੂੰ ਵਾਰ-ਵਾਰ ਲਾਂਬੂ ਲਾਉਣ ਦੀ ਕੋਸ਼ਿਸ਼ ਹੈ, ਅਸੀਂ ਸਾਰੇ ਸਿਰ ਜੋੜੀਏ। ਖੜਿਆਲ ਸਾਹਿਬ,
ਔਰ ਮੌੜ ਬੰਬ ਸੋ- ਧਮਾਕੇ ਸੋ- ਦੀ ਸੋ ਘਟਨਾ ਨੂੰ ਇੱਕ ਵੀ ਜਿੱਦਾਂ second, ਨਜਿੱਠਿਆ। ਮੈਂ ਇਹਦਾ ਜਵਾਬ ਦੇਣਾ, ਇੱਕ ਸੈਕਿੰਡ ਸੁਣ ਲਓ। ਹਾਂ, ਬੋਲੋ। ਤੁਸੀਂ ਕੇਪੀਜੀ ਜੋ ਕਿਹਾ ਵੀ ਸਾਡੇ ਵੇਲੇ ਇੱਕ ਮਰਡਰ ਹੋਇਆ, ਹਾਂ। ਤਾਂ ਕੀ ਉਹ ਇਹ ਮਰਡਰਸ ਨੂੰ ਜਸਟੀਫਾਈ ਕਰਦਾ ਹੈ? ਡਸ ਦੈਟ ਜਸਟੀਫਾਈ ਇਟ ਇਨ ਐਨੀ ਵੇ? ਬਿਲਕੁਲ ਜਸਟੀਫਾਈ ਨਹੀਂ ਹੋਣਾ ਚਾਹੀਦਾ ਹੈਗਾ। ਐਗਜ਼ੈਕਟਲੀ। ਹਾਂ। ਸੋ देयरफॉर ਸਾਨੂੰ ਤਾਂ ਲੋਕਾਂ ਨੇ ਫਤਵਾ ਦੇਤਾ, ਅਸੀਂ ਆਪੋਜੀਸ਼ਨ 'ਚ ਹੈ। ਆਮ ਆਦਮੀ ਪਾਰਟੀ ਸਰਕਾਰ ਜੋ ਬਦਲਾਵ ਦੀ ਗੱਲ ਕਰਕੇ ਆਈ ਸੀਗੀ, ਅੱਜ ਉਹਨਾਂ ਨੇ ਪੰਜਾਬ ਦੇ ਹਾਲਾਤ ਕੀ ਬਣਾਤੇ ਹੈ। ਤੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਦੇ ਦੀ ਜ਼ਿੰਮੇਵਾਰੀ ਸੀਐਮ ਦੇ ਮੋਢਿਆਂ ਤੇ, ਹੋਮ ਮਿਨਿਸਟਰ ਸਾਹਿਬ ਦੇ ਮੋਢਿਆਂ ਤੇ ਹੁੰਦੀ ਹੈ। ਜੇ ਆਮ ਆਦਮੀ ਪਾਰਟੀ ਨੂੰ ਤਜਰਬਾ ਨਹੀਂ ਤਾਂ ਜਦੋਂ ਵਿਧਾਨ ਸਭਾ ਸੈਸ਼ਨ ਬੁਲਾਇਆ ਸੀਗਾ, ਅਸੀਂ ਇੱਕ 18 ਪੁਆਇੰਟ ਏਜੰਡਾ ਦਿੱਤਾ ਸੀ, ਉਹ ਚ ਲਾਅ ਐਂਡ ਆਰਡਰ ਕੈਟਾਗੋਰਿਕਲੀ ਮੈਂਸ਼ਨ ਸੀਗਾ। ਸਾਡੇ ਨਾਲ ਡਿਸਕਸ ਕਰਦੇ, ਕਿਉਂਕਿ ਉਹ ਤੋਂ ਪਹਿਲਾਂ ਬਹੁਤ ਇਨਸੀਡੈਂਟ ਹੋ ਗਏ ਸੀਗੇ, ਡਿਸਕਸ ਕਰਦੇ, ਇੱਕ ਪ੍ਰੋਪਰ ਸਟ੍ਰੈਟਜੀ ਫਾਰਮੂਲੇਟ ਹੁੰਦੀ। ਤੁਹਾਨੂੰ ਨਹੀਂ ਵੀ ਤਜਰਬਾ, ਨਹੀਂ ਵੀ ਐਕਸਪੀਰੀਅੰਸ, ਅਸੀਂ ਹੈਲਪ ਕਰਦੇ ਤੁਹਾਡੀ, ਲੇਕਿਨ ਤੁਸੀਂ ਸੈਸ਼ਨ ਐਕਸਟੈਂਡ ਕਰ ਲਿਆ, ਇੱਕ ਵੀ ਮਿੰਟ ਲਾਅ ਐਂਡ ਆਰਡਰ ਤੇ ਡਿਸਕਸ਼ਨ ਨਹੀਂ ਕੀਤੀ, ਪਲਾਨ ਨਹੀਂ ਫਾਰਮੂਲੇਟ। ਦੂਜਾ ਫੇਲਿਅਰ ਇਹ ਹੈ ਕਿ ਜਦੋਂ ਇਨਸੀਡੈਂਟ ਹੋ ਰਹੇ ਸੀਗੇ, ਜੇ ਉਦੋਂ ਸਜ਼ਾ ਦੇ ਦਿੰਦੇ ਤਾਂ ਹੋ ਸਕਦਾ ਹੈ ਫੀਅਰ ਆਫ ਲਾਅ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦਾ, ਤੇ ਉਹ ਇਹ ਜੀ ਚੀਜ਼ ਕਰਨ ਤੋਂ ਪਹਿਲਾਂ, ਹਰਕਤ ਕਰਨ ਤੋਂ ਪਹਿਲਾਂ 10 ਵਾਰੀ ਨਹੀਂ 100 ਵਾਰੀ ਸੋਚਦੇ, ਤੇ ਇਹ ਸ਼ਾਇਦ ਅੱਜ ਹਾਦਸਾ ਅਵਰਟ ਹੋ ਜਾਂਦਾ। ਤੀਜੀ ਗੱਲ, ਜਿਹੜਾ ਪੰਜਾਬ ਇੱਕ ਬਾਰਡਰ ਸਟੇਟ ਹੈ, ਇੱਕ ਸੈਂਸਿਟਿਵ ਸਟੇਟ ਹੈ, ਤੇ ਜੇ ਤਾਂ ਪੰਜਾਬ ਦੇ ਵਿੱਚ ਹਾਲਾਤ ਸਟੇਬਲ ਹੋਣਗੇ ਤਾਂ ਪੰਜਾਬ ਦੇ ਵਿੱਚ ਇੰਡਸਟਰੀਜ਼ ਆਉਣਗੀਆਂ, ਪੰਜਾਬ ਦਾ ਯੂਥ ਪੰਜਾਬ ਦੇ ਵਿੱਚ ਰਹੂਗਾ। ਜੇ ਹਾਲਾਤ ਇਹ ਜੇ ਹੋਣਗੇ, ਚਰਮਰਾ ਜੂਗਾ ਲਾਅ ਐਂਡ ਆਰਡਰ, ਤਾਂ ਇੱਥੇ ਇੰਡਸਟਰੀਜ਼ ਕਿਹੜੀਆਂ ਆਉਣਗੀਆਂ ਜੀ? ਇੱਥੇ ਪੰਜਾਬ ਦੇ ਹਾਲਾਤ ਸੁਧਰਨਗੇ ਕਿਵੇਂ? ਤੇ ਜਿਹੜੇ ਪੇਸ ਤੇ ਇਨਸੀਡੈਂਟ ਹੋ ਰਹੇ ਹੈ, ਮਰਡਰਸ ਹੋ ਰਹੇ ਹੈ, ਇਹੀ ਪੇਸ ਤੇ ਚੱਲੀ ਗਏ ਤਾਂ ਪੰਜਾਬ ਕਿਹੜੇ ਰਾਹ ਤੇ ਚਲਾ ਜਾਊ? ਐਨਆਰਕੀ ਤੇ ਲॉलेसनेस ਵੱਲ ਚਲਾ ਜਾਊ। ਠੀਕ ਵਾਪਸ ਕਿਵੇਂ ਲਿਆ ਆਮ ਆਦਮੀ ਪਾਰਟੀ ਲੈ ਕੇ ਆਊਗੀ? ਲਾਸਟ ਪੁਆਇੰਟ ਹੈ ਮੇਰਾ, ਬਸ ਇਹੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਹ ਦੱਸੇ ਵੀ ਕੁਝ ਲੋਕ ਕਹੇ ਕਿ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਨਹੀਂ ਹੋਇਆ, ਵੀ ਤੁਸੀਂ ਕਿਹਾ ਸੀ 24 ਘੰਟਿਆਂ ਦੇ ਵਿੱਚ ਅਸੀਂ ਇਨਸਾਫ ਕਰਾਂਗੇ। ਉਹ 24 ਘੰਟਿਆਂ ਦੇ ਵਿੱਚ ਤੁਸੀਂ ਇਨਸਾਫ ਕਿਉਂ ਨਹੀਂ ਕਰ ਸਕੇ ਸੰਘੇੜਾ ਸਾਹਿਬ? ਜੇ ਕਰ ਨਹੀਂ ਸਕਦੇ ਸੀ ਤਾਂ ਬਿਆਨ ਕਿਉਂ ਇਹ ਦਿੱਤਾ? ਕਿਉਂਕਿ ਲੋਕ ਕਹਿ ਰਹੇ ਵੀ ਕਿਉਂਕਿ ਸਰਕਾਰ ਫੇਲ ਹੋ ਗਈ, ਸਾਨੂੰ ਲਾਅ ਦੇ ਹੱਥਾਂ ਦੇ ਵਿੱਚ ਲੈਣਾ ਪੈ ਰਿਹਾ ਹੈ, ਜੋ ਕਿ ਗਲਤ ਹੈ। ਵਿਜੀਲੈਂਟਿਜ਼ਮ ਬਹੁਤ ਗਲਤ ਹੈ। ਤਾਂ ਤੁਸੀਂ ਇਹ ਜੇ ਬਿਆਨ ਪਹਿਲਾਂ ਦਿੰਨੇ ਕਿਉਂ ਸੰਘੇੜਾ ਸਾਹਿਬ? ਇਸ ਗੱਲ ਦਾ ਜਵਾਬ ਦਿਓ। ਠੀਕ ਹੈ। ਪਰਮਵੀਰ ਸਿੰਘ, ਡੇਰਾ ਮੁਖੀ ਨੂੰ ਜਿਹੜਾ ਕਿ ਇੰਨੇ ਸੰਗੀਨ ਜ਼ੁਲਮਾਂ ਦੇ ਵਿੱਚ ਕੈਦ ਹੈ, ਉਹਨੂੰ ਫਰਲੋ ਤੇ ਪੈਰੋਲ ਦੇਣ ਦਾ ਤੁਹਾਨੂੰ ਇਸ ਘਟਨਾ ਨਾਲ ਕੋਈ ਕਨੈਕਸ਼ਨ ਲੱਗਦਾ? ਨਹੀਂ, ਦੇਖੋ ਜੀ, ਮੈਂ ਜਿੱਥੇ ਤੱਕ ਜਿਹੜਾ ਤੁਸੀਂ ਪਹਿਲਾ ਕੁਐਸਚਨ ਪੁੱਛਿਆ ਵੀ ਜਿਹੜਾ ਰਾਮ ਰਹੀਮ ਹੈ, ਜਿਹਦੇ ਉੱਪਰ ਇੰਨੇ ਕ੍ਰਾਈਮਸ ਦੇ ਲਈ ਉਹਨੂੰ ਪਨਿਸ਼ਮੈਂਟ ਦਿੱਤੀ ਗਈ ਹੈ, ਪ੍ਰਿਜ਼ਨਮੈਂਟ ਹੈ, ਤਾਂ ਉਹਦੇ ਲਈ ਜਿਹੜੀ ਹਰਿਆਣਾ ਸਰਕਾਰ ਹੈ ਉਹ ਸਪੈਸ਼ਲ ਅਮੈਂਡਮੈਂਟ ਲੈ ਕੇ ਆਈ 11/4/22 ਨੂੰ, ਜਿਹਦੇ ਵਿੱਚ ਪੈਰੋਲ ਦੇਣ ਲਈ ਕੋਈ ਰੀਜ਼ਨ ਸੀ। ਜਿਹੜੇ ਪੁਰਾਣਾ ਜਿਹੜਾ 1988 ਦਾ ਐਕਟ ਹੁੰਦਾ ਸੀ, ਉਹਦੇ ਵਿੱਚ ਪ੍ਰੋਪਰ ਰੀਜ਼ਨਿੰਗ ਹੁੰਦੀ ਸੀ ਵੀ ਇਹਨੂੰ ਕਿਉਂ ਪੈਰੋਲ ਦਿੱਤੀ ਜਾ ਰਹੀ ਹੈ। ਉਹਨੂੰ ਅਮੈਂਡਮੈਂਟ ਲਿਆਤੀ ਗਈ। ਇਹ ਬੀਜੇਪੀ ਦੱਸ ਸਕਦੀ ਹੈ ਜਾਂ ਹਰਿਆਣੇ ਦੀ ਸਰਕਾਰ ਦੱਸ ਸਕਦੀ ਹੈ ਵੀ ਇੰਨੀ ਮਿਹਰਬਾਨੀ ਕਿਉਂ ਹੋ ਰਹੀ ਹੈ? ਨਹੀਂ, ਤੁਹਾਨੂੰ ਲੱਗਦਾ ਕਿ ਇਸ ਕਤਲ ਨਾਲ ਉਸ ਪੈਰੋਲ ਜਾਂ ਫਰਲੋ ਨੂੰ ਜੋੜਨਾ ਚਾਹੀਦਾ ਹੈ? ਨਹੀਂ, ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਜਦੋਂ ਪ੍ਰੋਪਰ ਤਰੀਕੇ ਨਾਲ ਹੋਏਗੀ, ਇਨਵੈਸਟੀਗੇਸ਼ਨ 'ਚ ਕੀ ਤੱਥ ਆਉਂਦੇ ਆ। ਹਾਲੇ ਤਾਂ ਸੋਸ਼ਲ ਮੀਡੀਆ ਦੇ ਵਿੱਚ ਜਿੰਨੇ ਮੂੰਹ ਉਨੀਆਂ ਗੱਲਾਂ ਆ ਰਹੀਆਂ ਨੇ, ਪਰ ਅਸੀਂ ਇਹੀ ਗੱਲ ਕਹਿੰਦੇ ਆ। ਮੈਂ ਸੰਘੇੜਾ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਇਹ ਕਹਿ ਰਹੇ ਆ ਜੀ ਵੀ ਪੋਲੀਟੀਕਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਪੁਲਿਸ ਨੂੰ ਕਟਹਿਰੇ 'ਚ ਖੜਾ ਕਰ ਰਹੀਆਂ। ਅਸੀਂ ਪੁਲਿਸ ਨੂੰ ਕਟਹਿਰੇ 'ਚ ਨਹੀਂ ਖੜਾ ਕਰ ਰਹੇ, ਅਸੀਂ ਤਾਂ ਜਿਹੜਾ ਸਰਕਾਰ ਦਾ ਫੇਲੀਅਰ ਆ ਉਹ ਜੱਗ ਜ਼ਾਹਿਰ ਕਰ ਰਹੇ ਆ। ਤੁਸੀਂ ਇਹ ਦੇਖੋ ਵੀ ਪੰਜਾਬ ਦਾ ਹਾਲ ਕੀ ਹੋ ਚੁੱਕਿਆ ਹੈ। ਫਿਰ ਇਹ ਦੱਸ ਦਿਓ ਨਾ ਪਰਮਵੀਰ ਸਿੰਘ, ਇਹ ਦੱਸ ਦਿਓ ਇਨਕੁਆਰੀ ਨਹੀਂ, ਮੈਂ ਤੁਹਾਨੂੰ ਸਵਾਲ ਕਰ ਰਿਹਾ ਨਾ, ਜੇ ਪੁਲਿਸ ਨੂੰ ਕਟਹਿਰੇ 'ਚ ਨਹੀਂ ਖੜਾ ਕਰ ਰਹੇ ਤੁਸੀਂ, ਇਨਕੁਆਰੀ ਕਿਹੜੀ ਏਜੰਸੀ ਤੋਂ ਹੋਵੇ ਦੱਸੋ? ਦੇਖੋ, ਇਹ ਤਾਂ ਸਰਕਾਰ ਨੇ ਦੇਖਣਾ। ਸਰਕਾਰ ਨਹੀਂ, ਤੁਸੀਂ ਦੱਸੋ ਨਾ, ਤੁਸੀਂ ਆਪੋਜੀਸ਼ਨ 'ਚ ਬੈਠੇ ਹੋ, ਕਾਂਗਰਸ ਵੀ ਬੈਠੀ, ਤੁਸੀਂ ਬੈਠੇ ਹੋ, ਦੱਸੋ ਨਾ ਕਿਹੜੀ ਏਜੰਸੀ ਇਨਕੁਆਰੀ ਕਰੇ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਅਸੀਂ ਤਾਂ ਕਹਿ ਰਹੇ ਹਾਂ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਮੈਰੀਟੋਰੀਅਸ ਆ, ਉਹਨੂੰ ਜਿਹੜਾ ਬਾਹਰਲੇ ਕੰਟਰੋਲ ਕਰ ਰਹੇ ਆ ਉਸ ਚੁੰਗਲ ਚੋਂ ਬਾਹਰ ਕੱਢਿਆ ਜਾਵੇ। ਸੀਐਮ ਇੱਕ ਰਬੜ ਸਟੈਂਪ ਬਣ ਕੇ ਨਾ ਰਹੇ। ਦੂਜੀ ਗੱਲ, ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਦੇਖੋ, ਇਹ ਬਾਰ-ਬਾਰ ਪੰਜਾਬ ਦੀ ਗੱਲ ਕਰ ਰਹੇ। ਪੰਜਾਬ ਅੱਜ ਕਿਹੜੇ ਦੌਰ 'ਚ ਜਾ ਰਿਹਾ ਹੈ? ਇਹ ਪਹਿਲੀ ਵਾਰੀ ਹੋ ਰਿਹਾ ਹੈ ਵੀ ਸੜਕਾਂ ਦੇ ਉੱਪਰ ਪੋਸਟਰ ਲੱਗ ਰਹੇ ਆ ਤੇ ਐਰੋ ਦੇ ਕੇ, ਸਾਈਨ ਦੇ ਕੇ ਦੱਸਿਆ ਜਾ ਰਿਹਾ ਵੀ ਨਸ਼ਾ ਇੱਥੋਂ ਮਿਲ ਰਿਹਾ, ਨਸ਼ਾ ਇੱਥੋਂ ਮਿਲ ਰਿਹਾ। ਪੰਜਾਬ ਨਸ਼ਿਆਂ ਦੀ ਦੌਰ ਵੱਲ ਜਾ ਰਿਹਾ। ਪੰਜਾਬ 'ਚ ਕ੍ਰਾਈਮ ਰੇਟ ਇੰਨਾ ਵੱਧ ਰਿਹਾ, ਸੜਕਾਂ ਦੇ ਉੱਪਰ ਗੋਲੀਆਂ ਚੱਲ ਰਹੀਆਂ। ਇਹਦੇ ਲਈ ਸਰਕਾਰ ਖੁੱਲੇ ਦਿਲ ਨਾਲ ਮੰਨੇ ਵੀ ਠੀਕ ਹੈ, ਸਾਡਾ ਇਨਐਕਸਪੀਰੀਅੰਸ ਹੈ, ਔਰ ਜਿਹੜੇ ਪੁਰਾਣੀਆਂ ਪਾਰਟੀਆਂ ਅਗਰ ਉਹ ਕੋਈ ਇਹਨਾਂ ਨੂੰ ਦੱਸਣਾ ਚਾਹੁੰਦੀਆਂ ਤਾਂ ਉਹਨਾਂ ਦੀ ਗੱਲਾਂ ਨੂੰ ਖੁੱਲੇ ਦਿਲ ਨਾਲ ਸੁਣਨ, ਨਾ ਕਿ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਨ ਵੀ ਸਾਡੇ ਕੋਲ 92 ਸੀਟਾਂ 92 ਸੀਟਾਂ। ਤੁਸੀਂ ਚਾਹੁੰਦੇ ਨਹੀਂ ਕਦੇ ਪੰਜਾਬ 'ਚ ਕੋਈ ਨਵਾਂ ਬਦਲ ਆਵੇ, ਕੋਈ ਨਵੀਂ ਸਿਆਸਤ ਆਵੇ? ਤੁਸੀਂ ਚਾਹੁੰਦੇ ਹੋ ਕਿ ਉੱਤਰ ਕਾਟੋ ਮੈਂ ਚੜਾ ਜਾਂ ਕਾਂਗਰਸ ਜਾਂ ਅਕਾਲੀ ਬੀਜੇਪੀ ਆਉਂਦੀ ਰਹੇ ਬਸ?
ਸਰ ਸਾਰ ਨਾਲੋਂ ਪਹਿਲਾਂ ਅਸੀਂ ਇਹ ਕਹਿੰਦੇ ਆ ਵੀ ਪੰਜਾਬ ਜੇ ਕਾਇਮ ਰਹੇਗਾ, ਜੇ ਪੰਜਾਬੀਅਤ ਕਾਇਮ ਰਹੇਗੀ ਤਾਂ ਹੀ ਸਰਕਾਰਾਂ ਬਣਨਗੀਆਂ। ਨਹੀਂ ਉਹ ਤਾਂ ਠੀਕ ਹੈ ਸਰ, ਇਨਐਕਸਪੀਰੀਅੰਸ ਕਹਿ ਕੇ ਆਪਾਂ ਪਰਮਵੀਰ ਸਿੰਘ ਕੀ ਕਹਿਣਾ ਚਾਹੁੰਦੇ ਹੋ, ਦੱਸੋ ਮੈਨੂੰ। ਇਨਐਕਸਪੀਰੀਅੰਸ ਦੀ ਇਹ ਗੱਲ ਹੈ ਵੀ ਜਦੋਂ ਸੈਸ਼ਨ ਬੁਲਾਇਆ ਜਾਂਦਾ, ਜਿਵੇਂ ਖੰਡਿਆਲ ਸਾਹਿਬ ਨੇ ਕਿਹਾ, ਜਦੋਂ ਕੋਈ ਵੀ ਲੀਡਰ ਆਫ ਆਪੋਜੀਸ਼ਨ ਜਾਂ ਕੋਈ ਵੀ ਆਪੋਜੀਸ਼ਨ ਮੈਂਬਰ ਇਹਨਾਂ ਨੂੰ ਕੋਈ ਗੱਲ ਦੱਸਣਾ ਚਾਹੁੰਦਾ ਤਾਂ ਇਹ ਕਹਿ ਦਿੰਦੇ ਆ ਜੀ 70 ਸਾਲਾਂ 'ਚ ਪੁਰਾਣੀਆਂ ਨੇ ਜੋ ਕਰ ਲਿਆ, ਅਸੀਂ ਤੁਹਾਨੂੰ ਕੁਝ ਕਰਕੇ ਦਿਖਾ। ਚਲੋ ਇਹ ਤੁਹਾਡੇ ਆਰਗੂਮੈਂਟ 'ਚ ਵਜਨ ਹੈਗਾ। ਮੈਂ ਵਾਪਸ ਆਊਂਗਾ, ਇੱਕ ਹੋਰ ਛੋਟਾ ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਲਗਾਤਾਰ ਇੱਕੋ ਹੀ ਹੈ, ਕਿਹੜੇ ਦੌਰ ਵੱਲ ਵੱਧਦਾ ਪੰਜਾਬ, ਤੇ ਇਹ ਮੰਚ ਲਗਾਤਾਰ ਅਪੀਲ ਕਰ ਰਿਹਾ ਸ਼ਾਂਤੀ ਬਣਾ ਕੇ ਰੱਖੋ। ਵਾਪਸ ਆ ਰਿਹਾ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਪੰਜਾਬ ਨੂੰ ਕਿਹੜੀ ਪੱਠੀ 'ਚ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸੰਘੇੜਾ ਸਾਹਿਬ ਬੜਾ ਸਿੱਧਾ ਸਵਾਲ ਹੈ। ਸੰਘੇੜਾ ਸਾਹਿਬ, ਸਾਨੂੰ ਇਸ ਇਸ਼ਤਿਹਾਰ ਤੋਂ ਬਾਹਰ ਨਿਕਲ ਕੇ ਸੋਚਣਾ ਪਊਗਾ 70 ਸਾਲ ਬਨਾਮ 7 ਮਹੀਨੇ। ਸਰ ਸਾਨੂੰ ਸੀਰੀਅਸ ਹੋਣਾ ਪਊਗਾ ਸੰਘੇੜਾ ਸਾਹਿਬ, ਨਹੀਂ ਤਾਂ ਜੇ ਇਹ ਏਕਤਾ ਨੂੰ ਇਹ ਫਿਰਕੂ ਤਾਕਤਾਂ ਦੇ ਵਿਚਾਲੇ ਇਹ ਤੋੜਨ ਦੀ ਕੋਸ਼ਿਸ਼ ਹੈ ਜਿਹੜੀ ਉਹ ਸਫਲ ਹੋ ਗਈ, ਤਾਂ ਫਿਰ ਉਸ ਤੋਂ ਬਾਅਦ ਨਾ ਸੱਤਾ ਮਿਲਣੀ ਆ ਨਾ ਪੰਜਾਬੀ ਮਿਲਣੇ ਆ। ਸੰਘੇੜਾ ਸਾਹਿਬ, ਕੇਪੀ ਸਿੰਘ ਜੀ ਇਨ ਐਕਸਪੀਰੀਅੰਸ ਦੇ ਬਹਾਨੇ ਜਿਹੜੀ ਆਪਣੀ ਇਹ ਸਿਫਤ ਕਰ ਰਹੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਲੋਕਾਂ ਦੀ ਸਰਕਾਰ ਨੂੰ ਇਹ ਜਿਹੜਾ ਕਰਨਾ ਚਾਹੁੰਦੇ ਆ, ਉਹ ਇਹਨਾਂ ਦੀ ਗੱਲ ਬਣਨੀ ਨਹੀਂ ਹੈ। ਮੌੜ ਬੰਬ ਧਮਾਕਾ ਕਿਹਨੇ ਕਰਵਾਇਆ ਸੀਗਾ? ਇਹਨਾਂ ਦੇ ਤਾਂ ਸਿੱਧੇ ਇਲਜ਼ਾਮ ਲੱਗਦੇ ਆ। ਔਰ ਉਸ ਤੋਂ ਬਾਅਦ ਉਹਨੂੰ ਖੂਹ ਖਾਤੇ ਕਿਹਨੇ ਪਾਇਆ ਸੀਗਾ? ਕਾਂਗਰਸ ਸਰਕਾਰ ਨੇ ਉਹਦਾ ਬਣਾ ਕੇ ਹੋਰੇ ਕੁਝ ਬਣਾਤਾ। ਸੋ ਇਹ ਜਿਹੜੇ ਦੇਸੀ ਤੇ ਵਿਦੇਸ਼ੀ ਗੱਲ ਕਰਦਾ ਹੈ ਨਾ, ਮੈਂ ਨਹੀਂ ਕਿਸੇ ਦੇ ਵਿਰੁੱਧ ਕਲੀਅਰ ਕੱਟ ਕਰਨਾ ਚਾਹੁੰਦਾ। ਪੁਲਿਸ ਆਪਣਾ ਕੰਮ ਕਰ ਰਹੀ ਆ, ਆਪਣਾ ਸਾਰਾ ਕੁਝ ਉਹਦੇ ਤੇ ਇਮੀਡੀਏਟਲੀ ਕਾਰਵਾਈ ਹੋ ਰਹੀ ਆ। ਜੋ ਇਹਨਾਂ ਨੇ 20 ਸਾਲ ਜੋ ਕੁਝ ਸਿਰਜਿਆ ਆ ਉਹਨੂੰ ਠੀਕ ਕਰਨ ਤੇ ਅਸੀਂ ਲੱਗੇ ਹੋਏ ਆ। ਇਹ ਇਸ ਤਰ੍ਹਾਂ ਗੱਲ ਕਰ ਰਿਹਾ ਜਿੱਦਾਂ ਇਹਨਾਂ ਦੇ ਵੇਲੇ ਕੋਈ ਘਟਨਾ ਨਹੀਂ ਹੋਈ। ਅਸੀਂ ਤਾਂ ਉਹਨਾਂ ਘਟਨਾਵਾਂ ਨੂੰ ਬੰਦ ਕਰਤੇ ਹੋਏ ਆ। ਬਿਲਕੁਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿਆਂਗੇ। ਜੇ ਮੈਂ ਇਹਨਾਂ ਦੇ ਬਿਆਨ ਤੇ ਇਹਨਾਂ ਦੀਆਂ ਹੁਣ ਮੈਂ ਕਰਤੂਤਾਂ ਹੀ ਲਫ਼ਜ਼ ਕਹੂੰਗਾ, ਇਹਨਾਂ ਸਰਕਾਰਾਂ ਦੀਆਂ ਕਰਤੂਤਾਂ ਮੈਂ ਦੱਸਣ ਲੱਗ ਗਿਆ ਤਾਂ 2 ਘੰਟੇ ਲੱਗ ਜਾਣੇ ਆ। ਇੰਨੇ ਵੱਡੇ ਕਾਰੇ ਇਹਨਾਂ ਦੇ ਵੇਲੇ ਹੋਏ ਆ। ਪੁਲਿਸ ਆਫੀਸਰ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਗਿਆ ਦੇ ਵੀ ਮਰਡਰ ਹੋਏ ਆ। ਬੱਸਾਂ ਚੋਂ ਕੱਢ ਕੇ ਔਰਤਾਂ ਨੂੰ ਸਿੱਟ ਕੇ ਵੀ ਮਾਰਿਆ ਗਿਆ। ਇੰਨੇ ਘਿਨੌਣੇ ਕ੍ਰਾਈਮ ਹੁੰਦੇ ਸੀਗੇ ਜਿਹੜੇ ਕਿ ਦੁਬਾਰਾ ਮੈਂ ਯਾਦ ਕਰਨ ਨੂੰ ਵੀ ਦਿਲ ਨਹੀਂ ਕਰਦਾ। ਪਰ ਮਾਨ ਸਾਹਿਬ ਦੀ ਸਰਕਾਰ, ਮਾਨ ਸਾਹਿਬ ਇੱਕ ਬਹੁਤ ਹੀ ਕਾਬਲ ਤੇ ਸਿਆਣੇ ਮੁੱਖ ਮੰਤਰੀ ਨੇ। ਸਰਕਾਰ ਜਿਹੜੀ ਆ ਤਹਈਆ ਕੀਤਾ ਹੋਇਆ ਕਿ ਕਿਸੇ ਵੀ ਫਿਰਕੂ ਤਾਕਤ ਨੂੰ, ਕਿਸੇ ਵੀ ਵਿਦੇਸ਼ੀ ਤਾਕਤ ਨੂੰ ਪੰਜਾਬ ਦੇ ਜਿਹੜੇ ਆ ਅਮਨ ਸ਼ਾਂਤ ਨੂੰ ਲਾਂਬੂ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਵਿਦੇਸ਼ੀ ਤਾਕਤ ਵਾਲਾ ਸ਼ਬਦ ਕਿੱਥੋਂ ਆ ਰਿਹਾ ਵਾਰ-ਵਾਰ? ਜਦੋਂ ਤੁਸੀਂ ਇੱਕ ਵਾਰੀ ਕਹਿ ਰਹੇ ਹੋ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਇਨਵੈਸਟੀਗੇਸ਼ਨ ਤੋਂ ਪਹਿਲਾਂ ਨਹੀਂ ਵਿਦੇਸ਼ੀ ਤਾਕਤ ਕਿਉਂ ਆ ਰਿਹਾ ਸ਼ਬਦ ਵਾਰ-ਵਾਰ? ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਇਸੇ ਹਥਿਆਰ ਦਾ ਇਸਤੇਮਾਲ ਕੀਤਾ। ਜਦੋਂ ਵੀ ਕੋਈ ਗੱਲ ਹੋ ਜੇ ਵਿਦੇਸ਼ੀ ਤਾਕਤ ਹੈ, ਵਿਦੇਸ਼ੀ ਤਾਕਤ ਹੈ। ਸੰਘੇੜਾ ਸਾਹਿਬ, ਕੇਪੀ ਸਿੰਘ ਜੀ ਦੇਖੋ, ਬਾਰਡਰ ਸਟੇਟ ਹੈ ਪੰਜਾਬ। ਮੈਂ ਤਾਂ ਦੇਸੀ ਔਰ ਵਿਦੇਸ਼ੀ ਜਿਹੜਾ ਮੌੜ ਬੰਬ ਧਮਾਕਾ ਹੋਇਆ ਉਹ ਏਜੰਸੀਆਂ ਹੀ ਸੀਗੀਆਂ, ਕਿਹਨਾਂ ਨੇ ਕਰਵਾਇਆ? ਪਲਾਨਡ ਧਮਾਕਾ ਸੀਗਾ। ਜਸਟ ਇਸ ਕਰਕੇ ਵੀ 17 ਚ ਆਮ ਆਦਮੀ ਪਾਰਟੀ ਨਾ ਆ ਜਾਵੇ ਤੇ ਉਹ ਕਿਹਦੇ ਸਿਰ ਮੜਿਆ ਗਿਆ? ਸ਼ਹਿਰੀ ਪਾਪੂਲੇਸ਼ਨ ਨੂੰ ਡਰਾਇਆ ਗਿਆ ਉਹਨੂੰ ਯੂਜ਼ ਕਰਕੇ। ਸੋ ਆਪਣੇ ਸਾਹਮਣੇ ਘਟਨਾਵਾਂ ਹੋਈਆਂ ਜਿਹੜੀਆਂ ਪਲਾਨਡ ਐਨ। ਔਰ ਇਹ ਵੀ ਤੁਸੀਂ ਦੇਖ ਲਓ, ਔਰ ਜੜਾਂ ਗੈਂਗਸਟਰ ਦੀਆਂ ਇਹਨਾਂ ਦੇ ਵੇਲੇ ਇੱਥੋਂ ਤੱਕ ਪਹੁੰਚ ਗਈਆਂ, ਵਿਦੇਸ਼ਾਂ ਤੱਕ ਪਹੁੰਚ ਗਈਆਂ। ਔਰ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨੂੰ ਅਸੀਂ ਖੇੜਨ ਤੇ ਦੁਰਸਤ ਕਰਨ ਤੇ ਲੱਗੇ ਹੋਏ ਆ। ਐਵੇਂ ਘੜੀ ਪਿੱਛੋਂ ਕਹਿੰਦੇ ਨਾ ਐਕਸਪੀਰੀਅੰਸ ਨਹੀਂ ਹੈ। ਅਸੀਂ ਪਾਕਿਸਤਾਨ ਤੋਂ ਆਏ ਆ, ਤੁਹਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਹੈ। ਤੁਹਾਨੂੰ ਸਿਰਫ ਪੰਜਾਬ ਨੂੰ ਲੁੱਟਣ ਦਾ ਤੇ ਪੰਜਾਬ ਨੂੰ ਤਬਾਹ ਕਰਨ ਦਾ ਐਕਸਪੀਰੀਅੰਸ ਹੈ। ਜੇ ਸਾਡੇ ਨਾਲੋਂ ਕੋਈ ਗੱਲ ਤੁਹਾਡੇ ਵੱਧ ਚਲੋ ਠੀਕ। ਹਾਂ ਪਰਮਵੀਰ, ਫਟਾਫਟ ਲਾਸਟ ਕਮੈਂਟ ਪਲੀਜ਼। ਪਰਮਵੀਰ, ਸੰਘੇੜਾ ਸਾਹਿਬ, ਅਸੀਂ ਤਾਂ ਕਹਿ ਰਹੇ ਆ ਅੱਜ ਸਾਰਾ ਦੁਨੀਆ ਤੁਹਾਨੂੰ ਦੇਖ ਰਹੀ ਆ। ਅਗਰ ਤੁਸੀਂ ਕੋਈ ਅਮੈਂਡਮੈਂਟ ਵੀ ਲਿਆਣੀ ਹੋਵੇ ਨਾ, ਤੁਸੀਂ ਅੱਜ ਸਟੇਟਮੈਂਟ ਨਹੀਂ ਦੇ ਸਕਦੇ। ਤੁਹਾਡੇ ਸੀਐਮ ਕੋਲ ਇੰਨੀ ਪਾਵਰ ਨਹੀਂ ਹੈ ਕਿ ਵੀ ਉਹ ਪੰਜਾਬ ਲਈ ਕੋਈ ਅਮੈਂਡਮੈਂਟ ਲੈ ਆਵੇ। ਉਹਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਹੈ। ਜਦੋਂ ਸਾਡੀ ਸਰਕਾਰ ਰਹੀ ਹੈ, ਅਸੀਂ ਆਪ ਪੰਜਾਬ ਦੇ ਫੈਸਲੇ ਪੰਜਾਬ 'ਚ ਹੁੰਦੇ ਸੀ। ਤੁਸੀਂ ਇਹ ਜਿਹੜੀਆਂ ਗੱਲਾਂ ਕਰ ਰਹੇ ਹੋ, ਦੁਨੀਆ ਜੱਗ ਜ਼ਾਹਿਰ ਹੈ। ਤੁਸੀਂ ਅੱਜ ਇੱਕ ਸਟੇਟਮੈਂਟ ਦੇ ਦਿਓ, ਸਵੇਰੇ ਤੁਸੀਂ ਮੁੱਕਰ ਜਾਓਗੇ। ਕਿਉਂਕਿ ਦਿੱਲੀ ਤੋਂ ਜਦੋਂ ਤੁਹਾਨੂੰ ਅੱਖਾਂ ਕੱਢੀਆਂ ਜਾਣੀਆਂ, ਕੇਜਰੀਵਾਲ ਨੇ ਡੰਡਾ ਕਮਾਉਣਾ, ਤੁਹਾਡੀ ਸਟੇਟਮੈਂਟ 2 ਮਿੰਟ 'ਚ ਚੇਂਜ ਹੋ ਜਾਣੀ ਹੈ। ਚਲੋ ਇੱਕ ਮਿੰਟ, ਠੀਕ ਹੈ। ਇੱਕ ਮਿੰਟ ਸੰਘੇੜਾ ਸਾਹਿਬ, ਇੱਕ ਮਿੰਟ। ਸੰਘੇੜਾ ਸਾਹਿਬ, ਪਰਮਵੀਰ, ਇੱਕ ਮਿੰਟ ਪਲੀਜ਼ ਰੁਕ ਜਾਓ। ਸ਼ਸ਼ੀ ਕਾਂਤ ਜੀ, ਹੁਣ ਮੁੱਦਾ ਇਹ ਆ ਗਿਆ, ਮਰਡਰ ਹੋਣ, ਵਾਰਦਾਤਾਂ ਹੋਣ, ਜੋ ਕੁਝ ਮਰਜ਼ੀ ਵਾਪਰੇ ਪੰਜਾਬ ਦੇ ਵਿੱਚ, ਇੱਕ ਕਹਾਣੀ ਸਿੱਟ ਜਾਂਦੀ ਹੈ ਦਿੱਲੀ ਤੋਂ ਚਲਾਈ ਜਾ ਰਹੀ ਹੈ ਸਰਕਾਰ। ਇੱਕ ਕਹਾਣੀ ਹੈ ਜੀ ਵਿਦੇਸ਼ੀ ਤਾਕਤ। ਸ਼ਸ਼ੀ ਕਾਂਤ ਜੀ, ਕਿੰਨੀਆਂ ਕੁ ਇਨਕੁਆਰੀਆਂ ਹੁੰਦੀਆਂ ਰਹਿਣਗੀਆਂ, ਕਿੰਨੇ ਕੁ ਕਮਿਸ਼ਨ ਬੈਠਦੇ ਰਹਿਣਗੇ, ਮਸਲੇ ਹੱਲ ਨਹੀਂ ਹੋਣਗੇ, ਆਪਾਂ ਬਹਿਸਾਂ ਕਰੀ ਜਾਂਦੇ ਬਸ। ਸ਼ਸ਼ੀ ਕਾਂਤ ਜੀ,
ਵੈਲ ਮੈਂ ਕਮਿਸ਼ਨਰਸ ਦੇ ਹੱਕ ਵਿੱਚ ਕਦੇ ਨਹੀਂ ਰਿਹਾ। ਕਮਿਸ਼ਨ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਗੱਲ ਨੂੰ ਜੋ ਠੰਡੇ ਬਸਤੇ 'ਚ ਪਾ ਲਿਓ। ਪਿਛਲੇ ਦਿਨਾਂ 'ਚ ਤੁਸੀਂ ਬਰਗਾੜੀ ਕਮਿਸ਼ਨਰ ਦੀ ਵੇਖ ਲਿਓ, ਉਹਨਾਂ ਦਾ ਮਤਲਬ ਇਹੀ ਹੁੰਦਾ ਠੰਡੇ ਬਸ। ਕੋਈ ਵੀ ਸਰਕਾਰ, ਸਾਰੀ ਸਰਕਾਰਾਂ ਇੱਥੇ ਆ ਗਈਆਂ ਪਰ ਉਹ ਜਿਹੜਾ ਹੈਗਾ ਉੱਥੇ ਹੀ ਰਿਹਾ। ਹੁਣ ਇੱਕ ਬੰਦਾ ਜਿਹੜਾ ਹੈਗਾ ਜਸਟ ਟ੍ਰਾਈਂਗ ਟੂ ਰਿਫਰਬਿਸ਼, ਆਮ ਯੂਜ਼ਿੰਗ ਅ ਰੋਂਗ ਵਰਡ, ਟੂ ਹਿਸ ਇਮੇਜ, that's absolutely nonsensical and that's absolutely stupid and not acceptable. ਸ਼ਸ਼ੀਕਾਂਤ ਜੀ, ਬੇਅਦਬੀ ਕਾਂਡ ਤੇ ਇਸ ਮਰਡਰ ਦਾ ਕੋਈ ਅਸਰ ਹੋਊਗਾ? ਸਰ, ਜਿਸ ਤਰ੍ਹਾਂ ਸਾਰਿਆਂ ਨੇ ਕਿਹਾ ਹੈਗਾ ਇਨਵੈਸਟੀਗੇਸ਼ਨ ਆਏਗਾ, ਪਰ ਜਿਹੜਾ ਕਿ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ ਹੈਗਾ ਉਹਦੇ ਚੋਂ ਜਾਪਦਾ ਹੈਗਾ, ਔਰ ਜੇ ਅਸੀਂ ਉੱਤੇ ਸੋਸ਼ਲ ਮੀਡੀਆ ਤੋਂ ਲੈਸਨ ਨਹੀਂ ਲੈਂਦੇ ਹੈਗੇ ਆ ਦੈਨ ਵੀ ਆਰ ਐਬਸੋਲੂਟਲੀ ਨੋ ਗੁੱਡ। ਯੈਸ, ਜਿਸ ਤਰ੍ਹਾਂ ਸੋਸ਼ਲ ਮੀਡੀਆ ਟ੍ਰੈਂਡ ਚੱਲ ਰਿਹਾ ਹੈ, ਲੋਕਾਂ ਦੀ ਫੀਲਿੰਗਸ ਇਨਸਾਈਟ ਹੋ ਰਹੀਆਂ ਨੇ, ਯੈਸ ਜਾਪਦਾ ਹੈਗਾ ਇਹਦਾ ਸਿੱਧਾ ਅਸਰ ਉਹਦੇ ਤੇ ਪਏਗਾ ਤੇ ਦਾ ਸਿੱਧਾ ਕਨੈਕਸ਼ਨ ਉਹਦੇ ਨਾਲ ਹੈਗਾ ਹੈ। ਚਲੋ ਐਸਪੀ ਖੜਿਆਲ, ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦੇਣ ਦਾ ਇਸ ਕੇਸ ਨਾਲ ਕੋਈ ਕਨੈਕਸ਼ਨ ਤੁਹਾਨੂੰ ਲੱਗਦਾ? ਇਹ ਤਾਂ ਜੀ ਇਨਕੁਆਇਰੀ ਜਿਹੜੀ ਏਜੰਸੀ ਕਰੂਗੀ, ਜਿਹੜੀ ਟੀਮ ਕਰੂਗੀ ਉਹ ਦੱਸ ਸਕਦੀ ਹੈ। ਬਿਕੋਜ਼ ਮੈਂ ਪੁਲਿਸ ਤਾਂ ਹੈ ਨਹੀਂ, ਨਾ ਮੈਂ ਇਨਵੈਸਟੀਗੇਟ ਕਰ ਰਿਹਾ, ਨਾ ਮੈਂ ਪ੍ਰੂਫ ਦੇਖ ਰਿਹਾ, ਨਾ ਮੈਂ ਕੁਝ ਹੋਰ ਦੇਖ ਰਿਹਾ। ਸੋ ਦੇਅਰਫੋਰ ਇਟ ਵੁੱਡ ਬੀ proprietary, this would amount to impropriety ਜੇ ਮੈਂ ਤੇ ਕਮੈਂਟ ਨਹੀਂ ਕਰਦਾ, ਕਿਉਂਕਿ ਇਹ ਕੰਮ ਹੈ ਹੀ ਨਹੀਂ ਇੱਕ ਸਪੋਕਸਪਰਸਨ ਦਾ, ਇਹ ਕੰਮ ਪੁਲਿਸ ਦਾ ਤੇ ਇਨਕੁਆਇਰੀ ਤੇ ਬੇਅਦਬੀ ਕਾਂਡ ਤੇ ਕੋਈ ਅਸਰ ਹੋਊਗਾ ਇਸ ਮਰਡਰ ਦਾ? ਅਗੇਨ ਇਹ ਇਨਕੁਆਇਰੀ ਜਿਹੜੀ ਕਰੂਗੀ ਏਜੰਸੀ ਉਹ ਦੱਸੂਗੀ ਕਿ ਇਹਦਾ ਕੋਈ ਇੰਪੈਕਟ ਹੈ, ਇਹਦਾ ਕੋਈ ਕਨੈਕਸ਼ਨ ਹੈ, ਕੋਈ ਕਨੈਕਸ਼ਨ ਨਹੀਂ ਹੈ, ਕੌਣ ਰਿਸਪੋਨਸਿਬਲ ਹੈ। ਆਮ ਆਦਮੀ ਪਾਰਟੀ ਮੇਕ ਸ਼ੋਰ। ਇੱਕ ਪੁਆਇੰਟ ਸਰ ਮੈਂ ਆ ਰਿਹਾ ਸ਼ਸ਼ੀਕਾਂਤ ਜੀ, ਆ ਰਿਹਾ। ਮੇਰਾ ਇੰਨਾ ਹੀ ਕਹਿਣਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਕਸ਼ਨ ਉਦੋਂ ਲੈ ਲਿਆ ਹੁੰਦਾ ਜਦੋਂ ਪਹਿਲਾਂ ਮਰਡਰਸ ਹੋਏ, ਇਨਸੀਡੈਂਟਸ ਹੋਏ ਹੈ, ਇੱਕ ਐਗਜ਼ਾਮਪਲ ਸੈੱਟ ਕਰਤਾ ਹੁੰਦਾ, ਤਾਂ ਸ਼ਾਇਦ ਅੱਜ ਇਹ ਇਨਸੀਡੈਂਟ ਦੀ ਨੌਬਤ ਨਾ ਆਉਂਦੀ। ਦੂਜਾ ਇਹ ਹੈ ਕਿ ਜਦੋਂ ਪੁਲਿਸ ਪ੍ਰੋਟੈਕਸ਼ਨ ਵਾਲੇ ਵਿਅਕਤੀਆਂ ਦਾ ਸ਼ਰੇਆਮ ਖੁੱਲੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਕਾਮਨਰਸ ਕਿੱਥੇ ਜਾਣਗੇ? ਅੱਜ ਕੱਲ ਫਾਰਮਰ ਡਿਪਟੀ ਸੀਐਮਸ ਨੂੰ ਥ੍ਰੈਟ ਕਾਲਸ ਆ ਰਹੀਆਂ, ਐਕਸਟੋਰਸ਼ਨ ਕਾਲਸ ਆ ਰਹੀਆਂ, ਜਿਹੜੇ ਲੋਕਾਂ ਨਾਲ 10-10 ਗਨਮੈਨ ਚੱਲਦੇ ਆ ਉਹਨਾਂ ਨੂੰ ਥ੍ਰੈਟ ਕਾਲਸ ਆ ਰਹੀਆਂ, ਤਾਂ ਕਾਮਨਰ ਜਾਵੇ ਤਾਂ ਜਾਵੇ ਕਿੱਥੇ? ਤੇ ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ ਜੀ, ਪਹਿਲਾਂ ਇਹ ਇਨਸੀਡੈਂਟ ਹੋਇਆ ਜੀ, ਪਹਿਲਾਂ ਆਹ ਮਰਡਰ ਹੋਇਆ ਜੀ, ਪਹਿਲਾਂ ਕਿਹੜਾ ਹੁੰਦੇ ਨਹੀਂ ਸੀ। ਮਤਲਬ ਕਿ ਇੱਕ ਹਿਸਾਬ ਦਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜੇ ਸਾਡੇ ਕੋਈ ਜਸਟੀਫਾਈ ਨਹੀਂ ਕਰ ਰਿਹਾ। ਇਤੋਂ ਇਹਨਾਂ ਦਾ ਮਾਈਂਡਸੈਟ ਚੱਲ ਰਿਹਾ ਹੈ। ਠੀਕ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਨਹੀਂ, ਇੱਕ ਨਾ ਬੋਲੋ ਪਲੀਜ਼। ਪਤਾ ਲੱਗਦਾ ਹੈ ਕਿ ਇਹ ਸਰਕਾਰ ਸਮਝਦੇ ਨਹੀਂ ਵੀ ਡਿਊਟੀ ਕੀ ਹੈ। ਤੁਹਾਡੀ ਡਿਊਟੀ ਹੈ ਕਿ ਇੱਕ ਵੀ ਇਨਸੀਡੈਂਟ ਨਾ ਹੋਵੇ, ਤੁਹਾਡੀ ਡਿਊਟੀ ਹੈ ਕਿ ਲਾਅ ਐਂਡ ਆਰਡਰ ਸਟੇਬਲ ਰਹੇ। ਪਹਿਲਾਂ ਜੋ ਸੀਗਾ ਇਸ ਇਰੈਲੇਵੈਂਟ, ਪਹਿਲਾਂ ਜੋ ਸੀਗਾ ਇਸ ਠੀਕ ਹੈ ਖੜਿਆਲ ਮੇਕ ਸ਼ੋਰ ਕਰਨਾ ਚਾਹੀਦਾ ਹੈ ਇਹ ਤੇ ਬਿਲਕੁਲ ਆਪਣੀ ਡਿਊਟੀ ਸਮਝਦੀ ਹੈ। ਚਲੋ ਇੱਕ ਮਿੰਟ ਖੜਿਆਲ ਸੰਗੜਾ ਸਾਹਿਬ ਪਲੀਜ਼ ਰੋਜੋ। ਸ਼ਸ਼ੀਕਾਂਤ ਜੀ ਲਾਸਟ ਕਮੈਂਟ ਫਟਾਫਟ ਪਲੀਜ਼। ਮੇਰਾ ਬਸ ਕਮੈਂਟ ਇਹੀ ਹੈਗਾ ਕਿ ਸਾਰੇ ਗੱਲ ਕਹਿ ਰਹੇ ਹੈਗੇ ਇਨਵੈਸਟੀਗੇਸ਼ਨ ਹੋਏਗਾ, ਕਮਿਸ਼ਨ ਬੈਠੇਗਾ, ਪਰ ਅਲਟੀਮੇਟਲੀ ਕੌਣ ਬੰਦਾ? ਜੇ ਬੰਦੇ ਜਿਹੜੇ ਹੈਗੇ ਕੈਨੇਡਾ ਦਾ ਹੁਕਮ ਦਿੱਤਾ, ਜਦੋਂ ਉਹ ਆਏਗਾ ਤਾਂ ਹੀ ਤਾਂ ਇਨਵੈਸਟੀਗੇਸ਼ਨ ਹੋਏਗਾ, ਤਾਂ ਹੀ ਤਾਂ ਕਮਿਸ਼ਨ ਬੈਠੇਗਾ, ਤਾਂ ਹੀ ਤਾਂ ਇਨਕੁਆਇਰੀ ਹੋਏਗੀ। ਵਾਈ ਨਾਟ ਟਰਾਈ ਟੂ ਐਕਸਪੀਡਾਈਟ ਇਟ? ਉਹਦੇ ਪਿੱਛੇ ਪੈ ਜਾਓ। ਜਿਹੜੇ ਬੰਦੇ ਕਲੇਮ ਕਰਦੇ ਆ ਰਾਈਟਲੀ ਔਰ ਰੋਂਗਲੀ, ਸਹੀ ਗਲਤ ਹੈਗੇ, ਉਹਨਾਂ ਨੂੰ ਇੱਥੇ ਤੇ ਲਿਆਓ, ਆਪਣੀ ਧਰਤੀ ਤੇ ਲਿਆਓ। ਇਨਕੁਆਇਰੀ ਕਿੰਨ ਤੋਂ ਹੋਣੀ ਚਾਹੀਦੀ ਸ਼ਸ਼ੀਕਾਂਤ ਜੀ? ਪੰਜਾਬ ਪੁਲਿਸ ਤੋਂ ਹੋਣੀ ਚਾਹੀਦੀ ਇਨਕੁਆਇਰੀ ਜਾਂ ਕਿਸੇ ਕੇਂਦਰੀ ਏਜੰਸੀ ਤੋਂ? ਚਾਹੇ ਇਨਕੁਆਇਰੀ ਸੈਂਟਰਲ ਏਜੰਸੀ ਕਰੇ ਜਾਂ ਪੰਜਾਬ ਪੁਲਿਸ ਕਰੇ, ਪਹਿਲੇ ਉਸ ਬੰਦੇ ਨੂੰ ਇੱਥੇ ਹੋਣਾ ਤੇ ਚਾਹੀਦਾ ਹੈਗਾ। ਬਗੈਰ ਬੰਦੇ ਤੇ ਕਾਦੀ ਇਨਕੁਆਇਰੀ, ਕਾਦੀ ਪੁੱਛਗਿੱਛ, ਕਾਦਾ ਕੀ ਹੋਏਗਾ? ਨਥਿੰਗ। ਚਲੋ ਸੰਗੜਾ ਸਾਹਿਬ, ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਘੁੰਮਦੀ ਪਈ ਹੈ ਗੈਂਗਸਟਰ ਵਾਲੀ, ਕੀ ਤੁਸੀਂ ਉਹਨੂੰ ਜਸਟੀਫਾਈ ਕਰਦੇ ਹੋ? ਕੀ ਤੁਸੀਂ ਉਹ ਕਹਿੰਦੇ ਹੋ ਕਿ ਕਲੇਮ ਹੈ ਜਾਂ ਹਜੇ ਨਹੀਂ? ਦੇਖੋ, ਇਹ ਪੁਲਿਸ ਦੱਸੇਗੀ। ਨਾ ਹੀ ਪੁਲਿਸ ਦੀ ਇਨਵੈਸਟੀਗੇਸ਼ਨ ਨੇ ਉਹਨੂੰ ਰੱਦ ਕੀਤਾ, ਨਾ ਹੀ ਅਜੇ ਐਕਸੈਪਟ ਕੀਤਾ। ਇਹਨੂੰ ਪੁਲਿਸ ਦੱਸੇਗੀ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ, ਜਿਸ ਤਰ੍ਹਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਦੋਸ਼ਣਬਾਜ਼ੀ ਤੇ ਆਏ ਹੋਏ ਨਾ ਜਸਟ ਸਿਆਸਤ ਕਰਨ ਲਈ, ਮੈਂ ਭਾਵੇਂ ਭਾਜਪਾ ਦਾ ਇੱਥੇ ਨੁਮਾਇੰਦਾ ਨਹੀਂ ਹੈ, ਪਰ ਮੈਂ ਕਲੀਅਰ ਕੱਟ ਕਹਿਣਾ ਚਾਹੂੰਗਾ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦੋਵੇਂ ਵੱਡੀਆਂ ਪਾਰਟੀਆਂ ਆ। ਇਹ ਡੈੱਡ ਬੋਡੀਜ਼ ਤੇ ਸਿਆਸਤ ਕਰਦੀਆਂ ਰਹੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ। ਅਸੀਂ ਉਸ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਆ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਆ ਉਹਨੂੰ ਬਹਾਲ ਰੱਖਣਾ ਚਾਹੁੰਦੇ ਆ ਔਰ ਗੈਂਗਸਟਰਵਾਦ ਨੂੰ ਬਿਲਕੁਲ ਖਤਮ ਕਰਾਂਗੇ। ਸਾਫ਼ ਸੁਥਰੀ ਸਿਆਸਤ ਦਾ ਵਾਅਦਾ ਲੋਕਾਂ ਨਾਲ ਕੀਤਾ ਹੈ ਔਰ ਸਾਫ਼ ਸੁਥਰੀ ਸਿਆਸਤ ਕਰਾਂਗੇ। ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸਾਡੀਆਂ ਕੋਸ਼ਿਸ਼ਾਂ ਜਾਰੀ ਹੈ ਔਰ ਕਾਬਲ ਸਰਕਾਰ ਹੈ, ਮੁੱਖ ਮੰਤਰੀ ਸਾਹਿਬ ਵਰਗਾ ਸੱਚਾ ਬੰਦਾ ਕੋਈ ਨਹੀਂ ਹੈ। ਸੰਗੜਾ ਸਾਹਿਬ, ਫਿਰ ਤੁਸੀਂ ਜਾਂਦੇ ਫਿਰ ਗੈਂਗਸਟਰਵਾਦ ਖਤਮ ਕਰਾਂਗੇ, ਨਾਰਕੋ ਟੈਰਰਿਜ਼ਮ ਸਾਰਾ ਕੁਝ ਇਕੱਠਾ ਹੈ ਸਰ। ਅਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ? ਬਿਲਕੁਲ ਕਰਾਂਗੇ, ਲੱਗੀਆਂ ਹੋਈਆਂ ਸਾਰੇ ਪਾਸੇ ਲੱਗੇ ਹੋਏ ਆ। ਕੇਪੀ ਸਿੰਘ ਚਲੋ ਬਹੁਤ ਧੰਨਵਾਦ ਖੜਿਆਲ ਸਾਹਿਬ ਤੁਹਾਡਾ, ਪਰਮਵੀਰ ਤੁਹਾਡਾ ਬਹੁਤ ਧੰਨਵਾਦ, ਸੰਗੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਸ਼ਸ਼ੀਕਾਂਤ ਤੁਹਾਡਾ ਬਹੁਤ ਧੰਨਵਾਦ। ਇਸ ਕਤਲ ਦਾ ਕਨੈਕਸ਼ਨ ਕੀ ਹੈਗਾ, ਕਿਹੜੇ ਦੌਰ ਵੱਲ ਪੰਜਾਬ ਵਧਦਾ ਪਿਆ ਹੈਗਾ, ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈਗੀ ਹੈ। ਤੇ ਜੇ ਕਿਸੇ ਦੌਰ ਵੱਲ ਪੰਜਾਬ ਨੂੰ ਵਧਾਇਆ ਜਾ ਰਿਹਾ
ਜਿਹੜਾ ਔਖਾ ਦੌਰ ਹੈ, ਕਾਲਾ ਦੌਰ ਹੈ, ਮਾੜਾ ਦੌਰ ਹੈ, ਤਾਂ ਉਸ ਸਭ ਤੋਂ ਵਾਪਸ ਜਾਂ ਉਸ ਤੋਂ ਪਾਸੇ ਹੋਣ ਲਈ ਸਾਨੂੰ ਸਭ ਨੂੰ ਫਿਰ ਕੋਸ਼ਿਸ਼ਾਂ ਕਰਨ ਦੀ ਲੋੜ ਹੈਗੀ ਆ, ਕਿਉਂਕਿ ਸ਼ਰਾਰਤੀ ਅੰਸਰ ਤੁਹਾਡੇ ਸਾਡੇ ਮਗਰ ਪਏ ਹੋਏ ਆ, ਕਿਉਂਕਿ ਸਾਡੇ ਇੱਥੇ ਭਾਈਚਾਰਕ ਸਾਂਝ ਆ ਜਿਹੜੀ ਉਹ ਮਜ਼ਬੂਤ ਹੈ ਤੇ ਉਹਨੂੰ ਮਜ਼ਬੂਤ ਬਣਾਏ ਰੱਖਣਾ। ਤੇ ਜਿਹੜਾ ਵੀ ਕੋਈ ਤੁਹਾਨੂੰ ਇਹੋ ਜਿਹੀ ਜਾਣਕਾਰੀ ਦਿੰਦਾ ਜਿਹੜੀ ਕਿ ਦਰੁਸਤ ਨਹੀਂ ਹੈਗੀ ਜਾਂ ਜਿੰਦੇ ਬਾਰੇ ਤੁਹਾਨੂੰ ਪਤਾ ਨਹੀਂ ਹੈਗਾ, ਉਹ ਕਿਰਪਾ ਕਰਕੇ ਫਾਰਵਰਡ ਨਾ ਕੀਤੀ ਜਾਵੇ, ਸ਼ੇਅਰ ਨਾ ਕੀਤੀ ਜਾਵੇ। ਬਹੁਤ ਧੰਨਵਾਦ।